मेरा बैद गुरु गोबिंदा, हर हर नाम औखद मुख देवै, काटे जम की फंदा। गुरु गोबिंदा ਜਿਹਦਾ ਵੈਦ ਬਣ ਜਾਏ ਉਹਨੂੰ ਤੰਦਰੁਸਤੀ ਤਾਂ ਉਹਨੇ ਆਪ ਹੀ ਬਖਸ਼ਣੀ ਹੈ। ਸੋ ਜਿਵੇਂ ਕਿ ਆਪਾਂ ਪਿਛਲੇ ਦਿਨੀ ਹਜ਼ੂਰ ਸਾਹਿਬ ਤੋਂ ਜੋ ਸੰਗਤ ਆਈ ਸੀ ਉਸ ਦੇ ਵਿੱਚੋਂ ਇੱਕ ਕਰੋਨਾ ਦੇ ਪੇਸ਼ੈਂਟ ਦਲਬੀਰ ਸਿੰਘ ਜੋ ਨੌਜਵਾਨ ਗੁਰਸਿੱਖ ਉਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਸੀ। ਕਰੋਨਾ ਪੋਜ਼ਿਟਿਵ ਸੀ ਪਿੱਛੇ ਉਸ ਦਿਨ, ਉਹਨਾਂ ਦੀ ਰਿਪੋਰਟ ਤੇ ਉਹਨਾਂ ਦੇ ਨਾਲ ਆਈਆਂ ਹੋਰ ਸੰਗਤਾਂ ਦੀ ਰਿਪੋਰਟ ਨੈਗੇਟਿਵ ਆ ਗਈ ਹੈ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਮਿਹਰ ਦੇ ਨਾਲ ਸਾਰੇ ਤੰਦਰੁਸਤ ਹੋ ਕੇ ਆਪੋ ਆਪਣੀ ਘਰੇ ਪਹੁੰਚ ਗਏ ਨੇ। ਸੋ ਇਸ ਵਕਤ ਦਲਬੀਰ ਸਿੰਘ ਸਾਡੇ ਨਾਲ ਜੁੜੇ ਹੋਏ ਨੇ। ਚਿਹਰੇ ਤੇ ਬੜੀ ਸਾਰੀ ਖੁਸ਼ੀ ਹੈ, ਗੁਰੂ ਕਲਗੀਧਰ ਪਾਤਸ਼ਾਹ ਦੀ ਮਿਹਰ ਦਾ ਸ਼ੁਕਰਾਨਾ ਵੀ ਹੈ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਨੂੰ ਫਤਿਹ ਅਰਜ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਦਲਬੀਰ ਸਿੰਘ ਜੀ, ਪਹਿਲਾਂ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਮੌਕੇ ਤੇ, ਕੀ ਕਹਿਣਾ ਚਾਹੋਗੇ? ਨਹੀਂ ਭਾਈ, ਬਹੁਤ ਖੁਸ਼ੀ ਹੋਈ ਹੈ ਕਿ ਆਪਣੇ ਘਰ ਵਾਪਿਸ ਆਏ ਆ ਪੂਰੇ 2 ਮੰਥ ਬਾਅਦ। ਕਿ ਚਲੋ ਸ਼ੁਕਰੀਆ ਤਾਂ ਅਸੀਂ ਸਾਰਿਆਂ ਦਾ ਕਰਨਾ ਚਾਹੁੰਦੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਇਸ ਸਮੇਂ 'ਚ ਵੀ। ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹਾਂ। ਉਸ ਤਰ੍ਹਾਂ ਘਰ ਅਸੀਂ ਅੱਜ ਪਹੁੰਚ ਚੁੱਕੇ ਹਾਂ, ਬਹੁਤ ਖੁਸ਼ੀ ਹੈ ਭਾਈ ਜੀ। ਤੇ ਇਹ 2 ਮਹੀਨੇ ਦਾ ਜਿਹੜਾ ਵਕਫਾ ਰਿਹਾ, ਮੈਂ ਸਮਝਦਾ ਇੱਕ ਜ਼ਿੰਦਗੀ ਦੀ ਅਪੁੱਲ ਯਾਦ ਬਣ ਜਾਏਗੀ। ਇਹ ਤੁਹਾਡੇ ਲਈ ਨਹੀਂ, ਬਹੁਤ ਸਾਰੇ ਲੋਕਾਂ ਦੇ ਵਾਸਤੇ, ਸਾਡੇ ਵਾਸਤੇ ਵੀ। ਤੇ ਮੈਂ ਸਮਝਦਾ ਇਹ ਇਸ ਯਾਦ ਨੂੰ ਖਾਸ ਤੌਰ ਤੇ, ਜਿਵੇਂ ਆਪਾਂ ਪਿਛਲੀ ਗੱਲ ਕੀਤੀ ਸੀ ਜਦੋਂ ਤੁਸੀਂ ਪੋਜ਼ਿਟਿਵ ਆ ਗਏ ਤੇ ਜਿਹੜਾ ਧਾਰੀਵਾਲ ਦੇ CHC ਉੱਥੇ ਤੁਹਾਨੂੰ ਅੰਡਰ ਟ੍ਰੀਟਮੈਂਟ ਰੱਖਿਆ ਗਿਆ ਤੇ ਉੱਥੋਂ ਦਾ ਕੋਈ ਤਜਰਬਾ ਉਸ ਦਿਨ ਤੋਂ ਬਾਅਦ ਦਾ ਕਿਵੇਂ ਕਿਉਂਕਿ ਜਿਸ ਭਰੋਸੇ ਦੇ ਨਾਲ, ਜਿਸ ਆਸਥਾ ਦੇ ਨਾਲ ਤੁਸੀਂ ਇਹ ਸਮਾਂ ਬਤੀਤ ਕੀਤਾ, ਉਹਦੇ ਬਾਰੇ ਅਸੀਂ ਆਪ ਜੀ ਪਾਸੋਂ ਕੋਈ ਜਾਣਕਾਰੀ ਲੈਣੀ ਚਾਹਾਂਗੇ। ਭਾਈ ਅਸੀਂ ਜਦੋਂ ਸਾਨੂੰ ਉੱਥੇ ਲੈਂਦਾ ਸੀ ਧਾਰੀਵਾਲ CHC ਹਸਪੀਟਲ, ਤੇ ਉੱਥੇ ਸਾਡਾ ਭਾਈ ਬਹੁਤ ਹੀ ਵਧੀਆ ਤਰੀਕੇ ਨਾਲ ਸਾਡਾ ਟ੍ਰੀਟਮੈਂਟ ਚੱਲਦਾ ਰਿਹਾ। ਕਿ ਸਾਨੂੰ ਹਰ ਜੋ ਕਿਸੇ ਦੀ ਚੀਜ਼ ਦੀ ਸਾਨੂੰ ਲੋੜ ਪੈਂਦੀ ਸੀ ਅਸੀਂ ਮਿਲਦਾ ਸੀ ਸਾਨੂੰ। ਜਿਵੇਂ ਸਾਨੂੰ ਸਵੇਰੇ ਪ੍ਰਸ਼ਾਦਾ, ਲੰਗਰ ਦਾ ਪ੍ਰਸ਼ਾਦਾ ਮਿਲਦਾ ਸੀ, ਦੁਪਹਿਰ ਨੂੰ ਵੀ ਤੇ ਰਾਤ ਨੂੰ ਵੀ। ਦੁਪਹਿਰ ਨੂੰ ਸਾਨੂੰ ਫਰੂਟ ਵੀ ਮਿਲਦਾ ਰਿਹਾ ਤੇ ਸ਼ਾਮ ਨੂੰ ਨਾਰੀਅਲ ਪਾਣੀ ਤੇ ਰਾਤ ਨੂੰ ਹਲਦੀ ਵਾਲਾ ਦੁੱਧ ਵੀ ਮਿਲਦਾ ਰਿਹਾ। ਬਹੁਤ ਹੀ ਵਧੀਆ ਤਰੀਕੇ ਨਾਲ ਸਾਡਾ ਉੱਥੇ ਟ੍ਰੀਟਮੈਂਟ ਚੱਲਿਆ। ਨਾਲੇ ਡਾਕਟਰ ਸਾਨੂੰ ਰੋਜ਼ ਫੋਨ ਕਰਕੇ ਪੁੱਛਦੇ ਸੀ ਕਿ ਸਾਡਾ ਹਾਲ ਚਾਲ ਵੀ ਸਾਡੇ ਨਾਲ ਪੁੱਛਦੇ ਸੀ। ਜਿਸ ਚੀਜ਼ ਦੀ ਸਾਨੂੰ ਲੋੜ ਪੈਂਦੀ ਸੀ ਮੈਡੀਸਨ, ਉਹ ਸਾਨੂੰ ਪ੍ਰੋਵਾਈਡ ਵੀ ਕਰਦੇ ਸੀ। ਤੇ ਬਹੁਤ ਹੀ ਵਧੀਆ ਸਾਡਾ ਉੱਥੇ ਦਿਨ ਜੋ ਲੰਘਦੇ ਸੀ। ਜਿਸ ਟਾਈਮ ਫ੍ਰੀ ਹੁੰਦੇ ਸੀ, ਗੁਰੂ ਮਹਾਰਾਜ ਜੀ ਦਾ ਕੀਰਤਨ ਫੋਨ ਤੇ ਇੱਕੋ ਦਮ ਵੀ ਕਰ ਲੈਂਦੇ, ਕੁਝ ਸੰਗਤਾਂ ਇਕੱਠੀਆਂ ਕਰਕੇ ਵੀ ਕੀਰਤਨ ਕਰ ਲੈਂਦੇ ਰਹੇ ਸੀ। ਕਿ ਬਹੁਤ ਹੀ ਵਧੀਆ ਰੂਟੀਨ ਉੱਥੇ ਸਾਡੀ ਜੋ ਕਿ ਬਣ ਚੁੱਕੀ ਸੀ। ਵਧੀਆ ਦਿਨ ਬਹੁਤ ਵਧੀਆ ਲੰਘਦੇ ਪਏ ਸੀ ਉੱਥੇ ਵੀ। ਅੱਛਾ ਜੀ। ਤੇ ਜਿਹੜੀ ਸੰਗਤ ਉੱਥੇ ਬਾਕੀ ਸਾਰੇ ਜਿਹੜੇ ਤੁਹਾਡੇ ਨਾਲ ਸੀ, ਉਹ ਵੀ, ਉਹਨਾਂ ਦੀ ਰਿਪੋਰਟ ਵੀ ਫਿਰ ਨੈਗੇਟਿਵ ਆ ਗਈ? ਸਾਰੇ ਹੁਣ ਉੱਥੋਂ ਜਾ ਚੁੱਕੇ ਨੇ ਆਪੋ ਆਪਣੇ ਘਰੇ? ਹਾਂਜੀ ਭਾਈ, ਉੱਥੇ ਨਾ ਅਸੀਂ ਜਿਹੜੇ 13 ਪੇਸ਼ੈਂਟ ਸੀ, ਸਾਡੇ ਸਾਰਿਆਂ ਦੀ ਰਿਪੋਰਟ ਨੈਗੇਟਿਵ ਹੀ ਆਈ ਆ। ਤੇ ਅੱਜ ਸਾਰਿਆਂ ਨੂੰ ਘਰੋਂ ਭੇਜਤਾ ਵਾ। ਤੇ ਸਾਡੇ ਤੋਂ ਬਾਅਦ ਸਾਡੇ ਤੋਂ 1 ਵੀਕ ਬਾਅਦ ਉੱਥੇ ਨਾ 5 ਕਿ 6 ਪੇਸ਼ੈਂਟ ਹੋਰ ਨਵੇਂ ਆਏ ਸੀ। ਤੇ ਜਿਨ੍ਹਾਂ ਵਿੱਚੋਂ ਕਿ 2 ਪੇਸ਼ੈਂਟ ਅਜੇ ਉੱਥੇ ਹੀ ਆ ਤੇ ਉਹਨਾਂ ਦੀ ਰਿਪੋਰਟ ਲੇਟ ਆਈ ਸੀ। ਤੇ ਬਾਕੀ ਜਿਹੜੇ 3-4 ਪੇਸ਼ੈਂਟ ਉਹਨਾਂ ਨੂੰ ਵੀ ਘਰੇ ਭੇਜਤਾ। ਸਿਰਫ ਹੁਣ ਉੱਥੇ ਕਿ 2 ਪੇਸ਼ੈਂਟ ਰਹਿ ਚੁੱਕੇ ਆ ਕਿ ਜਿਨ੍ਹਾਂ ਦਾ 15 ਅੱਜ ਦਾ ਉਹਨਾਂ ਨੂੰ 10 ਦਿਨ ਹੀ ਹੋਏ ਆ, ਜਿਨ੍ਹਾਂ ਦਾ 14 ਦਿਨਾਂ ਬਾਅਦ ਹੋਏਗਾ, ਫਿਰ ਰਿਪੋਰਟ ਹੋਏਗੀ। 5-6 ਦਿਨ ਉਹਨਾਂ ਨੂੰ ਅਜੇ ਲੱਗ ਜਾਂਦੇ ਉੱਥੇ। 2 ਪੇਸ਼ੈਂਟ ਵੈਸੇ ਰਹਿ ਗਏ ਉੱਥੇ। ਠੀਕ ਹੈ। ਤੇ ਜਦੋਂ ਪਤਾ ਲੱਗਿਆ ਤੁਹਾਨੂੰ ਕਿ ਰਿਪੋਰਟ ਜਿਹੜੀ ਆ ਨੈਗੇਟਿਵ ਆ ਗਈ ਆ, ਕੀ ਮਨ ਦੇ ਵਿੱਚ ਵਲਵਲਾ ਕੀ ਉੱਠਿਆ ਉਸ ਵੇਲੇ ਦਾ? ਇਹ ਸਭ ਤੋਂ ਪਹਿਲਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸ਼ੁਕਰਾਨਾ ਕੀਤਾ, ਜਿੰਨਾ ਮੇਰੇ ਸਦਕਾ ਇਹ ਰਿਪੋਰਟ ਨੈਗੇਟਿਵ ਆਈ ਆ। ਕਿਉਂਕਿ ਜੋ ਕਰ ਰਹੇ ਸੀ ਤਾਂ ਉਹ ਤਾਂ ਆਪ ਹੀ ਕਰ ਰਹੇ ਸੀ। ਬਹੁਤ ਪਹਿਲਾਂ ਸ਼ੁਕਰਾਨਾ ਮਹਾਰਾਜ ਜੀ ਦਾ, ਬਹੁਤ ਸ਼ੁਕਰਾਨਾ ਕੀਤਾ। ਚਲੋ ਬਹੁਤ ਵਧੀਆ ਫੀਲ ਵੀ ਹੋਇਆ ਕਿ ਰਿਪੋਰਟ ਜੋ ਨੈਗੇਟਿਵ ਆ ਚੁੱਕੀ ਆ। ਸੋ ਰਿਪੋਰਟ ਨੈਗੇਟਿਵ ਆ ਗਈ, ਸ਼ੁਕਰਾਨਾ ਗੁਰੂ ਕਲਗੀਧਰ ਪਾਤਸ਼ਾਹ ਦਾ। ਤੇ ਇਹਦੇ ਨਾਲ ਹੀ ਕਿਉਂਕਿ ਇਸ ਸਮੇਂ ਦੇ ਦੌਰਾਨ ਬਹੁਤ ਸਾਰੀਆਂ ਸੰਗਤਾਂ ਨੂੰ, ਜਿਵੇਂ ਤੁਸੀਂ ਕਹਿ ਰਹੇ ਹੋ ਤੁਹਾਡੇ ਤਾਂ ਇੰਤਜ਼ਾਮ ਇੱਥੇ ਅੱਛੇ ਸੀ, ਕਈ ਜਗ੍ਹਾ ਤੇ ਉੱਦਾਂ ਵੀ ਰਿਪੋਰਟਾਂ ਆਉਂਦੀਆਂ ਸੀ ਕਿ ਉੱਥੇ ਪ੍ਰਬੰਧ ਕੁਝ ਉਨੇ ਅੱਛੇ ਨਹੀਂ ਸੀ ਜਿੰਨੇ ਤੁਸੀਂ ਦੱਸਦੇ ਪਏ ਹੋ। ਤੁਹਾਡੇ ਵੀ ਧਿਆਨ ਦੇ ਵਿੱਚ ਕੁਝ ਇੱਦਾਂ ਦੀ ਗੱਲਬਾਤ ਆਈ ਹੋਏਗੀ ਕਿਉਂਕਿ ਸੰਗਤਾਂ ਤੁਹਾਡੇ ਵੀ ਸੰਪਰਕ 'ਚ ਸੀਗੀਆਂ ਜਿਹੜੀਆਂ ਉੱਥੋਂ ਆਈਆਂ?
ਜੀ ਬਿਲਕੁਲ ਭਾਈ, ਮੈਨੂੰ ਨਾ ਪਰਸੋਂ ਪਤਾ ਲੱਗਿਆ ਸੀ ਕਿ ਅਬੋਹਰ ਅਤੇ ਅੰਮ੍ਰਿਤਸਰ ਵੱਲ ਸਾਈਡ ਤੇ ਹੂੰ ਇੱਕ ਹੌਸਪੀਟਲ, ਪ੍ਰਾਈਵੇਟ ਹੂੰ ਸਰਕਾਰੀ ਹੌਸਪੀਟਲ ਸੀ, ਜੋ ਕਿ ਪਹਿਲਾਂ ਕਲੋਜ਼ ਹੀ ਪਿਆ ਸੀ। ਕਿ ਹੂੰ ਜਦੋਂ ਸੰਗਤਾਂ ਦਾ ਪਤਾ ਹੂੰ ਲੱਗਾ, ਆਉਣ ਲੱਗਾ, ਤਾਂ ਉਹਨੂੰ ਟੈਂਪਰੇਰੀ ਕੀ ਖੋਲ ਕੇ ਨਾ ਹੂੰ ਉੱਥੇ ਕੋਈ ਸਫਾਈ ਕਰਕੇ, ਹੂੰ ਬਟ ਉੱਥੇ ਕੋਈ ਸਟਾਫ ਨਹੀਂ ਸੀ ਹੈਗਾ, ਕੋਈ ਅੱਛਾ ਡਾਕਟਰ ਦਾ ਕੁਝ ਨਹੀਂ ਸੀ, ਸਿਰਫ ਅੱਛਾ ਕਿ ਪੁਲਿਸ ਵਾਲਿਆਂ ਦੀ ਡਿਊਟੀ ਲੱਗੀ ਹੋਈ ਸੀ, ਹੂੰ ਹੋਰ ਕੁਛ ਨਹੀਂ। ਤੇ ਉਹ ਹੂੰ ਮੈਨੂੰ ਵੀ ਪਤਾ ਲੱਗਾ ਸੀ ਕਿ ਉਹ ਕਹਿ ਰਹੇ ਕਿ ਸਾਡਾ ਇੱਥੇ ਕਿ ਬਹੁਤ ਅਸੀਂ ਔਖੇ ਵੀ ਹਾਂ, ਕਿਉਂਕਿ ਸਾਨੂੰ ਲੰਗਰ ਦੇ ਪ੍ਰਸ਼ਾਦੇ ਦਾ ਵੀ ਪ੍ਰੋਵਾਈਡ ਟਾਈਮ ਟੂ ਟਾਈਮ ਨਹੀਂ ਹੋ ਰਿਹਾ, ਹੂੰ ਤੇ ਜ਼ਿਆਦਾ ਵੀ ਨਹੀਂ ਹੋ ਰਿਹਾ ਕਿ ਘੱਟ ਹੀ ਹੋ ਰਿਹਾ ਵਾ। ਹੂੰ ਪਰ ਸਾਡੇ ਇੱਥੇ ਗੁਰੂ ਹੂੰ ਮਹਾਰਾਜ ਦੀ ਚਲੋ ਮਿਹਰ ਹੀ ਸੀ ਕਿ ਸਾਨੂੰ ਬਹੁਤ ਵਧੀਆ ਸਭ ਕੁਝ, ਹੂੰ ਖਾਣ ਪੀਣ ਸਭ ਕੁਝ ਬਹੁਤ ਵਧੀਆ ਮਿਲਦਾ ਰਿਹਾ। ਹੂੰ। ਤੇ ਜਦੋਂ ਤੁਸੀਂ ਇਕੱਠੇ ਬੈਠਦੇ ਸੀ ਸਾਰੇ, ਤੇ ਕਿਵੇਂ ਦੀ ਤੁਹਾਡੀ ਆਪਸ ਚ ਕੀ ਵਿਚਾਰ ਚਰਚਾ ਚੱਲਦੀ ਸੀ, ਜਿਹੜੇ ਸਾਰੇ ਤੁਸੀਂ 13 ਮੈਂਬਰ ਜਿਹੜੇ ਸੀਗੇ, ਜਿਹੜੇ ਪਹਿਲਾਂ ਤੁਸੀਂ ਇੱਕੋ ਗਰੁੱਪ 'ਚ ਆਏ ਸੀ? ਭਾਈ ਉੱਥੇ ਬਹੁਤ ਵਧੀਆ ਕਿ ਜ਼ਿਆਦਾਤਰ ਅਸੀਂ ਸ਼ਾਮ ਨੂੰ ਹੀ ਇਕੱਠੇ ਹੁੰਦੇ ਪਏ ਸੀ, ਕਿਉਂਕਿ ਬਾਕੀ ਹੂੰ ਦਿਨੇ ਤਾਂ ਅਸੀਂ ਆਪਣੇ ਰੂਮ 'ਚ ਹੀ ਰਹਿੰਦੇ ਸੀ। ਹੂੰ ਜਦੋਂ ਅਸੀਂ ਸ਼ਾਮ ਨੂੰ ਇਕੱਠੇ ਹੁੰਦੇ ਸੀ ਤੇ ਚਲੋ ਹੂੰ ਵਧੀਆ ਗੱਲਬਾਤ ਕਰਦੇ, ਕੋਈ 5-10 ਮਿੰਟ ਗੱਲਬਾਤ ਕਰਕੇ ਫਿਰ ਅਸੀਂ ਹੂੰ ਸਾਰੇ ਇਕੱਠੇ ਫਿਰ ਸਲਾਹ ਕਰਕੇ ਕੀਰਤਨ ਹੂੰ ਕਰਨ ਲੱਗ ਪੈਂਦੇ। ਕੋਈ ਬਾਬਾ ਅੱਧਾ ਪੌਣਾ ਘੰਟਾ ਕਿ ਜੋ ਕਿ ਰੋਜ਼ ਕੀਰਤਨ, ਉੱਥੇ ਡੇਲੀ ਦੀ ਰੂਟੀਨ ਬਣ ਚੁੱਕੀ ਕਿ ਉੱਥੇ ਹੂੰ ਅਸੀਂ ਕੀਰਤਨ ਵਧੀਆ ਕਰਦੇ ਰਹੇ ਸੀ। ਹੂੰ ਬਹੁਤ ਵਧੀਆ ਟਾਈਮ ਲੰਘ ਜਾਂਦਾ ਰਿਹਾ ਜੀ ਉੱਥੇ, ਉਹਨਾਂ ਨਾਲ ਸਾਰੇ ਸੰਗਤਾਂ ਨਾਲ ਗੱਲਬਾਤ ਸਾਂਝੀ ਕਰਦੇ ਜੀ, ਇੱਕ ਦੂਜੇ ਨਾਲ ਬਹੁਤ ਵਧੀਆ ਟਾਈਮ ਠੀਕ ਲੰਘਦਾ ਜੀ। ਪਿਆ ਸੀ ਉੱਥੇ ਵੀ। ਹੂੰ। ਤੇ ਹੋਰ ਵੀ ਕੋਈ ਕੀਰਤਨ ਕਰ ਲੈਂਦਾ ਸੀ ਕਿ ਤੁਸੀਂ ਇਕੱਲੇ ਹੀ ਸੀ ਕੀਰਤਨ ਕਰਨ ਵਾਲੇ? ਨਹੀਂ, ਉੱਥੇ ਨਾ ਇੱਕ ਮਾਤਾ ਜੀ ਸੀ ਜੋ ਕਿ ਸਾਡੇ ਨਾਲ ਨਹੀਂ ਸੀ ਆਏ, ਬਾਹਰੋਂ ਸੀ, ਪਰ ਹੈ ਉਹ ਵੀ ਹਜੂਰ ਹੂੰ ਸਾਹਿਬ ਹੂੰ ਤੋਂ ਸੀ। ਕਿ ਜਿੱਦਾਂ ਅਸੀਂ 7 ਪੇਸ਼ੈਂਟ ਅੱਛਾ। ਗਏ ਸੀ ਨਾ ਘੁੰਮਣਾ ਗੁਰਦੁਆਰਾ ਸਾਹਿਬ ਤੋਂ, ਤੇ ਉਹ ਸਾਡੇ ਨਾਲ ਹੂੰ ਨਹੀਂ ਹੂੰ ਸੀ ਗਏ, ਤੇ ਉਹ ਸਾਡੇ ਜਾਣ ਤੋਂ ਹੂੰ ਹੂੰ ਪਹਿਲਾਂ ਹੀ ਉੱਥੇ ਕਿ ਉਹ ਵੀ ਕੀਰਤਨ ਕਰਦੇ ਸੀ, ਆਪਣੇ ਜਿੱਦਾਂ ਸ਼ਬਦ ਪੜ੍ਹਦੇ ਸੀ ਉਹ ਵੀ ਆਪ। ਅੱਛਾ ਅੱਛਾ, ਠੀਕ ਹੈ। ਤੇ ਕੁਝ ਉਹਦਾ ਕੋਈ ਤੁਹਾਡੇ ਕੋਲ ਹੁਣ ਖਜ਼ਾਨਾ ਮੌਜੂਦ ਹੈ ਕੁਛ, ਜਿਸ ਢੰਗ ਦੇ ਨਾਲ ਤੁਸੀਂ ਸਾਰੇ ਪੜ੍ਹਦੇ ਸੀ ਸ਼ਬਦ, ਕੋਈ ਉਹਦੀ ਰਿਕਾਰਡਿੰਗ ਵਗੈਰਾ ਕੁਛ? ਜੀ ਜੀ ਭਾਈ ਬਿਲਕੁਲ, ਮੇਰੇ ਕੋਲ ਨਾ ਰਿਕਾਰਡਿੰਗਾਂ ਪਈਆਂ ਸੀ, ਉੱਥੋਂ ਦੇ ਡਾਕਟਰ ਸਾਹਿਬ ਨੇ ਵੀ ਰਿਕਾਰਡਿੰਗਾਂ ਕੀਤੀਆਂ ਸੀ, ਉਹਨਾਂ ਤੋਂ ਵੀ ਮੰਗਵਾਈਆਂ ਸੀ। ਹੂੰ ਕੁਝ ਮੈਂ ਆਪ ਵੀ ਹੂੰ ਰਿਕਾਰਡ ਹੂੰ ਕੀਤਾ, ਉਹ ਮੇਰੇ ਕੋਲ ਪਿਆ ਹੈ। ਹਾਂ, ਤੁਸੀਂ ਉਹ ਵੀਡੀਓਜ਼ ਵੀ ਸਾਨੂੰ ਭੇਜੋ ਜਿੱਦਾਂ ਅਸੀਂ ਲਾਸਟ ਟਾਈਮ ਦਿਖਾਈਆਂ ਸੀ ਸੰਗਤਾਂ ਨੂੰ। ਵੇਖੋ ਇਹ ਸੰਗਤ ਜੀ, ਸਾਡਾ ਵੀਰ ਦਲਬੀਰ ਸਿੰਘ ਨਾਲ ਦੁਬਾਰਾ ਸੰਪਰਕ ਕਰਨ ਦਾ ਇੱਕ ਬਹੁਤ ਮਹੱਤਵਪੂਰਨ ਕਾਰਨ ਹੈ। ਆਪਾਂ ਜਾਣਦੇ ਹਾਂ ਕਿ ਜਦੋਂ ਹਜ਼ੂਰ ਸਾਹਿਬ ਤੋਂ ਸੰਗਤਾਂ ਆਈਆਂ ਤੇ ਕੁਝ ਪੱਖਪਾਤੀ ਮੀਡੀਆ ਨੇ ਬਹੁਤ ਗਲਤ ਇਮੇਜ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਉਹਨਾਂ ਦੇ ਅੰਦਰ ਦੀ ਭੜਾਸ ਹੀ ਹੁੰਦੀ ਹੈ ਕਿ ਹਜ਼ੂਰ ਸਾਹਿਬ ਨੂੰ ਲੈ ਕੇ ਬਹੁਤ ਕੁਝ ਬੋਲਿਆ ਗਿਆ, ਬੜੇ ਹਲਕੇ ਪੱਧਰ ਦੀ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ। ਪਰ ਗੁਰੂ ਕਲਗੀਧਰ ਪਾਤਸ਼ਾਹ ਨੇ ਇੱਕ ਵਾਰੀ ਮੈਂ ਸਮਝਦਾ ਫੇਰ ਆਪਣੀ ਉਹ ਕਿਰਪਾ, ਆਪਣੀ ਜ਼ਾਹਰਾ ਕਲਾ ਜਿਹੜੀ ਉਹ ਪ੍ਰਗਟ ਕੀਤੀ ਹੈ। ਜਿਵੇਂ ਹਜ਼ੂਰ ਸਾਹਿਬ ਤੋਂ ਸੰਗਤ ਆਈ ਹੈ, ਲਗਭਗ ਸਾਰੀ ਤੰਦਰੁਸਤ ਹੋ ਕੇ ਘਰਾਂ ਨੂੰ ਜਾ ਰਹੀ ਹੈ। ਹਰ ਪਾਸੇ ਤੋਂ ਇਵੇਂ ਦੀਆਂ ਹੀ ਰਿਪੋਰਟਾਂ ਆ ਰਹੀਆਂ, ਚਾਹੇ ਅੰਮ੍ਰਿਤਸਰ ਦੀ ਲਾ ਲਈਏ ਜਾਂ ਹੋਰ ਜ਼ਿਲ੍ਹਿਆਂ ਦੀਆਂ ਲਗਾ ਲਈਏ। ਇਹ ਗੁਰਦਾਸਪੁਰ ਤੋਂ ਵੀ ਅੱਜ ਜਿਹੜੇ ਡਿਸਚਾਰਜ ਹੋ ਕੇ ਘਰਾਂ ਨੂੰ ਗਏ ਨੇ, ਇਹ ਧਾਰੀਵਾਲ ਤੋਂ ਡਿਸਚਾਰਜ ਹੋ ਕੇ ਸਿੰਘ ਘਰਾਂ ਨੂੰ ਆਏ ਨੇ। ਸੋ ਇਹ ਗੁਰੂ ਸਾਹਿਬ ਦੀ ਮਿਹਰ ਰਹਿਮਤ ਆ ਜਿਹੜੀ ਅਸੀਂ ਅੱਜ ਸਾਂਝੀ ਕਰਦੇ ਪਏ ਆਪ ਸੰਗਤਾਂ ਦੇ ਨਾਲ। ਵੇਖੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਕਿੱਡੇ ਭਰੋਸੇ ਦੇ ਵਿੱਚ। ਪਿਛਲੀ ਵੀਡੀਓ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਜਿੱਤੇਗੀ ਆਸਥਾ। ਸੋ ਮੈਂ ਸਮਝਦਾ ਉਹ ਆਸਥਾ, ਉਹ ਭਰੋਸਾ, ਕਿਉਂਕਿ 13 ਭਰੋਸੇ ਪਿਆਰੇ ਮੈਂ ਲਾਡ ਲਡਾਇਆ। ਇਹ ਸੰਗਤਾਂ ਜਿਹੜੀਆਂ ਗਈਆਂ ਸੀ, ਮੈਂ ਸਮਝਦਾ ਇੱਕ ਵਾਰੀ ਦਲਬੀਰ ਸਿੰਘ ਫੇਰ, ਕਿਉਂਕਿ ਪਿਛਲੀ ਵਾਰੀ ਤੁਸੀਂ ਸਿਰਫ ਫੋਨ ਤੇ ਗੱਲ ਕੀਤੀ ਸੀ, ਅੱਜ ਤੁਹਾਡੀ ਵਿੱਚ ਵੀਡੀਓ ਵੀ ਸਾਨੂੰ ਮਿਲਦੀ ਪਈ ਹੈ। ਤੇ ਤੁਹਾਡੇ ਮਨ ਦੀ ਇੱਛਾ ਕੀ ਸੀ ਜਦੋਂ ਤੁਸੀਂ ਹਜ਼ੂਰ ਸਾਹਿਬ ਗਏ ਹੋ ਜਾਂ ਉੱਥੇ ਜਦੋਂ ਠਹਿਰੇ, ਉਸ ਵੇਲੇ ਦਾ ਥੋੜਾ ਜਿਹਾ ਆਪਣਾ ਵਲਵਲਾ ਸਾਡੇ ਨਾਲ ਸਾਂਝਾ ਕਰਦੇ? ਹਾਂਜੀ ਭਾਈ, ਜਦੋਂ ਅਸੀਂ ਗਏ ਸੀ ਇੱਥੋਂ 15 ਮਾਰਚ ਨੂੰ, ਹੂੰ ਤੇ ਬਹੁਤ ਅਸੀਂ ਸਾਰੇ ਸੋਚ ਕੇ ਗਏ ਕਿ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਸਾਰੀਆਂ ਗਈਆਂ ਸੀ। ਹੂੰ ਤੇ ਹੂੰ ਉੱਥੇ ਭਾਈ ਬਹੁਤ ਹੀ ਵਧੀਆ ਸਾਡਾ ਚੱਲਦਾ ਰਿਹਾ, ਰੂਟੀਨ ਸਾਡੀ ਬਹੁਤ ਵਧੀਆ ਉੱਥੇ ਬਣ ਚੁੱਕੀ ਸੀ ਕਿ ਕੀਰਤਨ ਕਰਕੇ ਆਪਣਾ ਸੰਗਤਾਂ ਸਾਰੀਆਂ ਆਨੰਦ ਮਾਣਦੀਆਂ ਸੀ। ਕਿ ਹੂੰ ਬਹੁਤ ਹੀ ਵਧੀਆ ਦਿਨ, ਹੂੰ ਉੱਥੇ ਵੀ ਬਹੁਤ ਵਧੀਆ ਦਿਨ ਬਤੀਤ ਅਸੀਂ ਕਰਦੇ ਸੀ ਕਿ ਬਹੁਤ ਹੀ ਕੀਰਤਨ ਕਰਦੇ ਰਹੇ। ਜਦੋਂ ਫਿਰ ਸ਼ਾਮ ਨੂੰ ਜਦੋਂ ਟਾਈਮ ਮਿਲਦਾ ਬਾਹਰ ਜਾਂਦਾ, ਚਲੋ ਬਾਹਰ ਵੀ ਜਾਂਦੇ ਰਹੇ ਹੂੰ ਕਿ ਉੱਥੇ ਵੀ ਬਹੁਤ ਆਨੰਦ ਮਾਣਿਆ। ਜਿੰਨੇ ਚਿਰ ਵੀ ਅਸੀਂ ਮਹੀਨਾ ਡੇਢ ਮਹੀਨਾ ਜਿਹੜਾ ਅਸੀਂ ਉੱਥੇ ਰਹੇ ਨਾ, ਰੋਜ਼ ਕੀਰਤਨ ਅਸੀਂ ਕਰਕੇ ਆਪਣਾ ਫੋਨ ਤੇ ਐਪ ਡਾਊਨਲੋਡ ਸੀਗਾ ਤੇ ਕੀਰਤਨ ਕਰਕੇ ਬਹੁਤ ਵਧੀਆ ਉੱਥੇ ਆਪਣਾ ਆਨੰਦ ਮਾਰੇ। ਬਹੁਤ ਚੰਗੇ ਦਿਨ ਉੱਥੇ ਵੀ ਬਤੀਤ ਕੀਤੇ ਮਹਾਰਾਜ ਦੀ ਹਜ਼ੂਰੀ 'ਚ ਵੀ। ਜੀ। ਤੇ ਉਹ ਕਦੇ ਮਹਿਸੂਸ ਨਹੀਂ ਹੋਇਆ ਕਿ ਮਹਾਰਾਜ ਅਸੀਂ ਤਾਂ ਬੜੇ ਖੁਸ਼ੀ ਆਏ ਸੀ, ਇਸੇ ਕਿਹੜੀ ਮੁਸ਼ਕਲ 'ਚ ਆ ਕੇ ਫਸ ਗਏ ਆ? ਕੋਈ ਏਦਾਂ ਦੀ ਮਨ 'ਚ ਭਾਵਨਾ ਤਾਂ ਨਹੀਂ ਬਣੀ ਕੋਈ ਉਹਨਾਂ ਦਿਨਾਂ 'ਚ? ਨਹੀਂ ਨਹੀਂ ਭਾਜੀ, ਕਿਉਂਕਿ ਦੇਖੋ ਕਰਨ ਕਰਾਉਣ ਵਾਲੇ ਤੇ ਉਹ ਆਪ ਹੀ ਅੱਜ ਉਹਨਾਂ ਨੇ ਰੱਖੇ, ਇਹਦੇ ਪਿੱਛੇ ਵੀ ਕੋਈ ਨਾ ਕੋਈ ਕਾਰਨ ਹੋਏਗਾ ਕਿ ਉਹਨਾਂ ਨੇ ਸਾਨੂੰ ਉੱਥੇ ਰੱਖਿਆ। ਭਾਈ ਐਸੇ ਕੋਈ ਮਨ 'ਚ ਕੁਛ ਨਹੀਂ ਸੀ ਆਇਆ ਕਿ ਸਾਨੂੰ ਇੱਥੇ ਕਿਉਂ। ਚਲੋ ਅਸੀਂ ਤੇ ਸ਼ੁਕਰੀਆ ਅਦਾ ਕਰਨਾ ਉਹਨਾਂ ਦਾ ਕਿ
ਬਹੁਤ ਅਸੀਂ ਧੰਨਵਾਦ ਹੀ ਕਰ ਸਕਦੇ ਹਾਂ, ਕਿਉਂਕਿ ਕੋਈ ਪਤਾ ਕਿ ਜੇ ਅਸੀਂ ਪੰਜਾਬ ਹੁੰਦੇ ਕਿ ਸਾਡੇ ਹਾਲਾਤ ਕਿਹੋ ਜਿਹੇ ਹੁੰਦੇ, ਜਿਹੜਾ ਸਾਨੂੰ ਤੁਸੀਂ ਉੱਥੇ ਉਹਨਾਂ ਨੇ ਰੱਖਿਆ, ਸਾਨੂੰ ਮਹਾਰਾਜ ਜੀ ਨੇ, ਕਿ ਅਸੀਂ ਕੋਈ ਸਾਨੂੰ ਇਸ ਦਿਲ 'ਚ ਕੁਛ ਨਹੀਂ ਸੀ ਕਿ ਅਸੀਂ ਕਿਉਂ, ਸਗੋਂ ਬਹੁਤ ਸ਼ੁਕਰਗੁਜ਼ਾਰ ਅਸੀਂ ਕਿ ਅਸੀਂ ਉੱਥੇ ਵੀ ਬਹੁਤ ਵਧੀਆ ਸੀ ਉੱਥੇ ਵੀ। ਹਾਂ ਬਿਲਕੁਲ, ਜ਼ਿੰਦਗੀ ਦੇ ਵਿੱਚ ਕਦੀ ਕਦੀ ਸੰਗਤ ਜੀ ਸਮਾਂ ਮਿਲਦਾ ਹੈ ਹਜ਼ੂਰ ਸਾਹਿਬ ਜਾਣ ਦੇ ਵਾਸਤੇ। ਕਈ ਵਾਰੀ ਤਾਂ ਕੁਝ ਸੰਗਤਾਂ ਐਸੀਆਂ ਹੁੰਦੀਆਂ ਨੇ ਸਿਰਫ ਜ਼ਿੰਦਗੀ 'ਚ ਇੱਕ ਅੱਧੀ ਵਾਰੀ ਜਾ ਪਾਉਂਦੀਆਂ ਨੇ, ਕੁਝ ਕਰਮਾਂ ਵਾਲੇ ਹੁੰਦੇ ਨੇ ਬਾਰ-ਬਾਰ ਜਾ ਪਾਉਂਦੇ ਨੇ। ਸੋ ਇਹ ਸੰਗਤੀ ਰੂਪ ਵਿੱਚ ਉੱਥੇ ਗਏ ਹੋਏ ਸੀ, ਸਟਕ ਹੋ ਗਏ ਕਿਉਂਕਿ ਸਾਰਾ ਕੁਝ ਬੰਦ ਹੋ ਗਿਆ। ਜਿਵੇਂ ਪਿਛਲੀ ਵਾਰੀ ਵੀ ਇਹਨਾਂ ਨੇ ਸਾਡੇ ਨਾਲ ਸਾਂਝ ਕੀਤੀ ਸੀ ਕਿ ਕਰੀਬ 3 ਵਾਰੀ ਜਿਹੜੀਆਂ ਰੇਲਵੇ ਦੀਆਂ ਟਿਕਟ ਸੀ ਉਹ ਕੈਂਸਲ ਕਰਾਉਣੀਆਂ ਪਈਆਂ। ਅਤੇ ਫਿਰ ਬਾਬਾ ਬਲਵਿੰਦਰ ਸਿੰਘ ਜੀ, ਬਾਬਾ ਨਰਿੰਦਰ ਸਿੰਘ ਹੋਰਾਂ ਨੇ ਜਿਹੜੀਆਂ ਗੱਡੀਆਂ, ਪਹਿਲਾਂ 13 ਗੱਡੀਆਂ ਜਿਹੜੀਆਂ ਭੇਜੀਆਂ ਸੀ ਬੱਸਾਂ, ਉਹਨਾਂ ਦੇ ਵਿੱਚ ਇਹ ਸੰਗਤ ਜਿਹੜੀ ਆਈ ਸੀ, ਉਹਦੇ ਵਿੱਚ ਦਲਬੀਰ ਸਿੰਘ ਜੀ ਅਤੇ ਇਹਨਾਂ ਦਾ ਸਾਰਾ ਪਰਿਵਾਰ, ਇਹ ਸਾਰੇ ਇਕੱਠੇ ਹੀ ਉੱਥੇ ਸੀ। ਫਿਰ ਆਣ ਕੇ ਇੱਥੇ ਇਹਨਾਂ ਨੂੰ ਵੀ ਕੁਆਰੰਟਾਈਨ ਕੀਤਾ ਗਿਆ। ਅਤੇ ਉਸ ਤੋਂ ਬਾਅਦ 2 ਤਰੀਕ ਨੂੰ ਮੇਰੇ ਖਿਆਲ ਤੁਹਾਡੀ ਰਿਪੋਰਟ ਆਈ ਸੀ ਪੋਜ਼ੀਟਿਵ ਨਾ? 2 ਤਰੀਕ ਨੂੰ ਸ਼ਾਮ ਨੂੰ 8 ਵਜੇ ਆਈ ਸੀ ਰਿਪੋਰਟ ਪੋਜ਼ਿਟਿਵ। ਤੇ ਹੁਣ ਨੈਗੇਟਿਵ ਕਦੋਂ ਆਈ ਹੈ ਤੁਹਾਡੀ? 14 ਤਰੀਕ ਨੂੰ? ਹਾਂਜੀ ਭਾਈ, 14 ਤਰੀਕ ਕੱਲ ਸ਼ਾਮ ਨੂੰ ਇਹ 7:30 8 ਵਜੇ ਦੇ ਕਰੀਬ ਹੀ ਸਾਨੂੰ ਡਾਕਟਰ ਸਾਹਿਬ ਨੇ ਦੱਸਿਆ ਕਿ ਤੁਹਾਡੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਤੇ ਫਿਰ ਜਦੋਂ ਇਹ ਸਾਰੇ ਜਿੰਨੇ ਉੱਥੇ ਤੁਹਾਡੇ ਮੌਜੂਦ ਸੀਗੇ ਸਾਰੇ ਪੇਸ਼ੈਂਟ, ਸਾਰਿਆਂ ਦੀ ਨੈਗੇਟਿਵ ਇਕੱਠੀ ਆਈ ਹੈ ਨਾ? ਹਾਂਜੀ, ਉਹ ਡਾਕਟਰ ਸਾਹਿਬ ਸਾਨੂੰ ਅੱਜ ਹੀ ਦੱਸਦੇ ਪਏ ਸੀ ਕਿ ਧਾਰੀਵਾਲ ਹੀ ਇੱਕ ਐਸਾ ਜ਼ਿਲ੍ਹਾ ਜਿੰਨੇ ਪੇਸ਼ੈਂਟ ਦੀ ਅਸੀਂ ਰਿਪੋਰਟ ਕੀਤੀ ਹੈ ਕਿ ਸਾਰਿਆਂ ਦੀ ਨੈਗੇਟਿਵ ਆਈਆਂ ਹੈ, ਕਿ ਗੁਰਦਾਸਪੁਰ ਕੇ ਬਟਾਲੇ ਵਿੱਚੋਂ ਫਿਰ ਕਈਆਂ ਦੀ ਰਿਪੋਰਟ ਪੋਜ਼ਿਟਿਵ ਆਈਆਂ ਵਾ। ਧਾਰੀਵਾਲ ਕੀ ਕਿਸੇ ਦੀ ਰਿਪੋਰਟ ਕੀ ਪੋਜ਼ਿਟਿਵ ਨਹੀਂ ਆਈ, ਕਿ ਸਾਰੇ ਹੀ ਨੈਗੇਟਿਵ ਆਏ ਆ। ਅੱਛਾ ਜੀ। ਸੋ ਇਹ ਵੀ ਵੇਖੋ ਗੁਰੂ ਸਾਹਿਬ ਦੀ ਕਿਰਪਾ, ਤੁਸੀਂ ਰੋਜ਼ਾਨਾ ਉਹਦਾ ਜਸ ਕਰਦੇ ਹੋ ਤੇ ਸਾਰੇ ਇਕੱਠੇ। ਕਿਉਂਕਿ ਮੈਂ ਸਮਝਦਾ ਕਿ ਇਹ ਦੁਨੀਆ ਦੇ ਵਿੱਚ ਵੈਸੇ ਇਹ ਵੀ ਇੱਕ ਪ੍ਰੈਕਟੀਕਲੀ ਪ੍ਰੂਵ ਹੋ ਚੁੱਕਾ ਕਿ ਕਰੋਨਾ ਤੋਂ ਉਹ ਜਿੱਤੇ ਨੇ ਜਿਨ੍ਹਾਂ ਦਾ ਭਰੋਸਾ ਕਾਇਮ ਸੀ, ਜਿਹੜੇ ਆਤਮ ਬਲ ਦੇ ਉੱਤੇ ਸਨ, ਜਿਨ੍ਹਾਂ ਨੂੰ ਕੋਈ ਦਹਿਸ਼ਤ ਨਹੀਂ ਸੀ ਮਨ 'ਚ। ਜਿਹੜੇ ਮਨਾਂ 'ਚ ਦਹਿਸ਼ਤ ਲੈ ਗਏ ਉਹਨਾਂ ਦਾ ਨੁਕਸਾਨ ਵੀ ਹੋਇਆ ਕਰੋਨਾ ਦਾ ਕਰਕੇ। ਤੇ ਇਹ ਸਾਰੇ ਚੜ੍ਹਦੀ ਕਲਾ ਵਿੱਚ ਗੁਰੂ ਦੇ ਭਰੋਸੇ ਤੇ ਗੁਰੂ ਦਾ ਜਸ ਕਰਦੇ ਰਹੇ। ਲਗਭਗ ਰੋਜ਼ਾਨਾ ਹੀ ਗੁਰੂ ਜਸ ਦੇ ਵਿੱਚ ਜੁੜਦੇ ਸੀਗੇ ਜੀ? ਜੀ ਭਾਈ ਬਿਲਕੁਲ, ਰੋਜ਼ ਸਾਡੀ ਰੂਟੀਨ ਬਣਦੀ ਗਈ ਕਿ ਅਸੀਂ ਕੁਛ ਟਾਈਮ ਅਸੀਂ ਸਵੇਰੇ ਵੀ ਕਰਦੇ ਤੇ ਨਹੀਂ, ਤੇ ਜੇ ਸਵੇਰੇ ਸਾਡੇ ਕੋਲ ਨਾ ਆਏ ਸ਼ਾਮ ਨੂੰ ਤਾਂ ਅਸੀਂ ਡੇਲੀ ਰੂਟੀਨ ਸੀ ਕਿ ਸ਼ਾਮ ਨੂੰ ਕੀਰਤਨ ਅਸੀਂ ਉੱਥੇ ਕਰਦੇ ਹੀ ਕਰਦੇ ਸੀ। ਅੱਛਾ। ਤੇ ਜਿਹੜਾ ਹਸਪੀਟਲ ਦਾ ਫਿਰ ਸਟਾਫ ਸੀਗਾ ਉਹ ਵੀ ਫਿਰ ਲਾਗੇ ਬੈਠ ਜਾਂਦਾ ਸੀਗਾ ਡਿਸਟੈਂਸਿੰਗ ਤੇ, ਕਿ ਉਹ ਆਪਣੀਆਂ ਡਿਊਟੀਆਂ ਤੇ ਹੁੰਦੇ ਸੀ? ਹਾਂਜੀ ਭਾਈ, ਇੱਕ ਰੋਜ਼ ਕਿਸੇ ਦਿਨ ਉਹ ਵੀ ਆ ਜਾਂਦੇ, ਨਹੀਂ ਤੇ ਜਿਹੜੇ ਅਸੀਂ ਅੰਦਰ ਪੇਸ਼ੈਂਟ ਸੀ ਨਾ, ਚਲੋ ਅਸੀਂ ਡਿਸਟੈਂਸ ਥੋੜਾ ਘੱਟ ਹੀ ਬਣਾ ਕੇ ਰੱਖਦੇ ਸੀ, ਜ਼ਿਆਦਾ ਨਹੀਂ, ਕਲੋਜ਼ ਹੀ ਜ਼ਿਆਦਾ ਹੀ। ਪਰ ਕੀਰਤਨ ਜਦੋਂ ਕਰਦੇ, ਕਿਉਂਕਿ ਫਿਰ ਸਾਰੇ ਕਲੋਜ਼ ਬਹਿ ਕੇ ਕਰਦੇ ਕਿ ਆਵਾਜ਼ ਸਾਰਿਆਂ ਨੂੰ ਆਵੇ। ਪਰ ਬਹੁਤ ਆਨੰਦ ਬਹੁਤ ਅੰਦਰ ਰਿਹਾ ਸੀ ਉੱਥੇ ਹਸਪੀਟਲ ਦੇ, ਬਹੁਤ ਆਨੰਦ ਸੀ ਕੀਰਤਨ ਦਾ। ਹਾਂ ਬਿਲਕੁਲ। ਤੁਹਾਡੇ ਤਾਂ ਮੀਡੀਆ ਦੇ ਵਿੱਚ ਵੀ ਰਿਪੋਰਟ ਆਈ ਸੀ ਕਿ ਉੱਥੇ ਕੀਰਤਨ ਦਾ ਵੀ ਪ੍ਰਬੰਧ ਕੀਤਾ ਗਿਆ, ਤੇ SDM ਸਾਹਿਬ ਨੇ ਵੀ ਇਹਦੇ ਬਾਰੇ ਬਿਆਨ ਦਿੱਤਾ ਸੀ ਕਿ ਉੱਥੇ ਜਿਹੜੇ ਪੇਸ਼ੈਂਟ ਨੇ ਉਹਨਾਂ ਦੇ ਵਾਸਤੇ ਕੀਰਤਨ ਸੁਣਨ ਦਾ ਵੀ ਪ੍ਰਬੰਧ ਹੈ, ਉੱਥੋਂ ਦਰਬਾਰ ਸਾਹਿਬ ਦਾ ਕੀਰਤਨ ਵੀ ਉਹ ਸੁਣ ਸਕਦੇ ਨੇ, ਹੋਰ ਵੀ ਕਈ ਗੱਲਾਂ। ਕਿਵੇਂ ਦਾ ਉਹ ਜਿਹੜੇ ਰਿਪੋਰਟ ਸੀਗੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਅਸੀਂ ਇਹਨਾਂ ਨੂੰ ਇੱਕ ਦਿਨ ਜਦੋਂ ਕਿਹਾ ਸੀ ਕਿ ਸਾਨੂੰ ਹਾਰਮੋਨੀਅਮ ਪ੍ਰੋਵਾਈਡ ਕਰ ਦਿਓ ਕਿ ਅਸੀਂ ਆਪਣਾ ਖੁਦ ਕੀਰਤਨ ਕਰ ਲਿਆ ਕਰਾਂਗੇ। ਜਦੋਂ ਉਹਨਾਂ ਨੇ ਹਾਰਮੋਨੀਅਮ ਤੋਂ ਮਨਾ ਕਰਤਾ ਤੇ ਫਿਰ ਉਹਨਾਂ ਨੇ ਇੱਕ ਸਪੀਕਰ ਲਿਆ ਕੇ ਨਾ ਸਾਨੂੰ ਉੱਥੇ ਦੇਤਾ, ਤੇ ਉਹ ਅਸੀਂ ਔਰ ਆਪ ਹੀ ਉਹ ਖੁਦ ਸਵੇਰੇ ਸ਼ਾਮ ਕੀ ਦਰਬਾਰ ਸਾਹਿਬ ਦਾ ਲਾਈਵ ਕੀਰਤਨ ਚੱਲਦਾ ਸੀ ਉੱਥੇ, ਤੇ ਦੁਪਹਿਰ ਨੂੰ ਖੁਦ ਸ਼ਬਦ ਮੋਬਾਈਲ ਦੇ ਅਟੈਚਮੈਂਟ ਕਰਕੇ ਕਿ ਸਾਰਾ ਦਿਨ ਹੀ ਹਸਪੀਟਲ 'ਚ ਵੀ ਕੀ ਕੀਰਤਨ ਚੱਲਦਾ ਰਹਿੰਦਾ ਸੀ ਉਸ ਸਪੀਕਰ ਰਾਹੀਂ। ਕਿ ਬਹੁਤ ਵਧੀਆ ਸਹੂਲਤਾਂ ਸਾਨੂੰ ਉਹਨਾਂ ਨੇ, SDM ਸਾਹਿਬ ਨੇ ਬਹੁਤ ਹੀ ਵਧੀਆ ਸਹੂਲਤਾਂ ਦਿੱਤੀ, ਜੋ ਕੁਛ ਅਸੀਂ ਉਹਨਾਂ ਕੋਲ ਚਾਹੁੰਦੇ ਉਹਨੇ ਸਭ ਕੁਝ ਸਾਨੂੰ ਸਹੂਲਤਾਂ ਦਿੱਤੀਆਂ। ਬਹੁਤ ਵਧੀਆ ਰਿਹਾ ਉੱਥੇ ਜੀ। ਤੇ ਜਿਹੜੀ ਵੀ ਤੁਸੀਂ ਦਵਾਈ ਜਾਂ ਹੋਰ ਚੀਜ਼ ਮੰਗਦੇ ਸੀ ਉਹ ਤੁਹਾਨੂੰ ਮਿਲ ਜਾਂਦੀ ਸੀ? ਬਿਲਕੁਲ ਭਾਈ ਬਿਲਕੁਲ, ਜਿਸ ਚੀਜ਼ ਦੀ ਸਾਨੂੰ ਲੋੜ ਪੈਂਦੀ ਸੀ ਕਿ ਉਹ ਅਸੀਂ ਉਹਨਾਂ ਨੂੰ ਕਹਿੰਦੇ ਉਸੇ ਵੇਲੇ ਸਾਨੂੰ ਪ੍ਰੋਵਾਈਡ ਕਰ ਦਿੰਦੇ ਸੀ। ਠੀਕ ਹੈ। ਤੇ ਹੋਮੋਪੈਥੀ ਦੀ ਦਵਾਈ ਵਗੈਰਾ ਜਾਂ ਹੋਰ ਇਹ ਜਿਹੜੀਆਂ ਚੀਜ਼ਾਂ ਸੀ ਇਹ ਵੀ ਉਪਲਬਧ ਹੋ ਜਾਂਦੀਆਂ ਸੀ ਉੱਥੇ? ਹਾਂਜੀ, ਹੋਮੋਪੈਥੀ ਦੀ ਮੈਡੀਸਨ ਜਿਹਦੀ ਉਹ ਜਿਹੜੀ ਇਮਿਊਨਿਟੀ ਵਧਾਉਣ ਦੇ ਵਾਸਤੇ, ਉਹ ਵੀ ਮਿਲ ਜਾਂਦੀ ਸੀ ਉੱਥੇ? ਹਾਂਜੀ ਭਾਈ, ਉੱਥੇ ਇਹਨਾਂ ਨੇ ਸਪੈਸ਼ਲ ਡਾਕਟਰ ਹੀ ਇਸ ਲੈਵਲ ਤੇ ਲੈਂਦਾ ਸੀ ਹੋਮਿਓਪੈਥਿਕ ਦਾ, ਕਿ ਜੋ ਸਾਨੂੰ ਆਣ ਕੇ ਪ੍ਰੋਵਾਈਡ ਕਰਦੇ ਸੀ ਮੈਡੀਸਨ ਰੋਜ਼ ਹੀ। ਉਹਨਾਂ ਨੇ ਛੋਟੀ ਜਿਹੀ ਡੱਬੀ ਜਿਹੀ ਹੁੰਦੀ ਹੈ, 4 ਗੋਲੀਆਂ ਕਹਿੰਦੇ ਸਵੇਰੇ ਸ਼ਾਮ ਖਾ ਲਿਓ, ਬਹੁਤ ਵਧੀਆ ਦਵਾਈ ਉਹ ਵੀ ਇਮਿਊਨਿਟੀ ਪਾਵਰ ਵਾਸਤੇ। ਕਿ ਸਾਨੂੰ ਉੱਥੇ ਸਪੈਸ਼ਲ ਡਾਕਟਰ ਆਇਆ ਸੀ ਇਸ ਮੈਡੀਸਨ ਸਾਨੂੰ ਪ੍ਰੋਵਾਈਡ ਕਰਨ ਵਾਸਤੇ।
ਉਹ ਉੱਥੇ ਤੁਹਾਡੇ ਕੋਲ ਪੱਕੇ ਰਹਿੰਦੇ ਸੀਗੇ ਕਿ ਜਾਂ ਵਿੱਚ ਆਉਂਦੇ ਸੀ ਤੁਹਾਡੇ ਕੋਲ ਹੋਮੋਪੈਥੀ ਵਾਲੇ ਡਾਕਟਰ ਜਿਹੜੇ ਸੀ? ਨਹੀਂ ਭਾਜੀ, ਜਿਸ ਦਿਨ ਸਾਨੂੰ ਲੋੜ ਪਵੇ ਕਿ ਅਸੀਂ ਉਹਨਾਂ ਨੂੰ ਫੋਨ ਕਰਕੇ ਦੱਸ ਦਿੰਦੇ ਸੀ ਕਿ ਸਾਨੂੰ ਕੀ ਮੈਡੀਸਨ ਦੀ ਜਿਸ ਦਿਨ ਜ਼ਰੂਰਤ ਆ, ਸਿਰਫ ਉਸ ਦਿਨ ਹੀ ਆਉਂਦੇ ਸੀ। ਉਹ ਵੀ ਸਿਰਫ ਹਾਲ ਚਾਲ ਪੁੱਛ ਕੇ ਤੇ ਮੈਡੀਸਨ ਪ੍ਰੋਵਾਈਡ ਕਰਦੇ, ਉਹਦਾ ਡੇਲੀ ਨਹੀਂ ਸੀ ਆਉਂਦੇ। ਜਿਸ ਦਿਨ ਸਾਨੂੰ ਲੋੜ ਪਵੇ ਕਿ ਹਾਂ ਅੱਜ ਨਹੀਂ ਮੈਡੀਸਨ ਹੈਗੀ, ਫਿਰ ਅਸੀਂ ਉਹਨਾਂ ਨੂੰ ਫੋਨ ਕਰਕੇ ਬੁਲਾਉਂਦੇ ਸੀ ਕਿ ਸਾਨੂੰ ਮੈਡੀਸਨ ਪ੍ਰੋਵਾਈਡ ਕਰੋ, ਤੇ ਫਿਰ ਉਸ ਦਿਨ ਆ ਕੇ ਸਾਨੂੰ ਮੈਡੀਸਨ ਪ੍ਰੋਵਾਈਡ ਕਰ ਜਾਂਦੇ ਸੀ। ਦੇਖੋ, ਇਹ ਧਾਰੀਵਾਲ ਦੇ ਛੋਟਾ ਜਿਹਾ ਸੈਂਟਰਸ, ਛੋਟਾ ਹਸਪੀਟਲ ਜਿਹਨੂੰ ਕਹਿੰਦੇ ਨੇ CHC, ਉੱਥੇ ਇਹਨਾਂ ਦਾ ਟ੍ਰੀਟਮੈਂਟ ਹੋਇਆ। ਗੁਰੂ ਕੀ ਬਾਣੀ ਦੇ ਨਾਲ ਜੁੜੇ ਤੇ ਗੁਰੂ ਦੀ ਰਹਿਮਤ ਦੇ ਨਾਲ ਜੁੜ ਕੇ ਤੇ ਐਸੇ ਭਰੋਸੇ ਦੇ ਨਾਲ, ਵੇਖੋ ਇੱਕੋ ਇੱਕ ਸੈਂਟਰ ਹੈ ਇਸ ਖੇਤਰ ਦਾ। ਹੋਰ ਵੀ ਜਿੱਥੇ ਵੀ ਵੈਸੇ ਪੇਸ਼ੈਂਟ ਸੀਗੇ, ਸਾਰੇ ਨਹੀਂ ਇਕੱਠੇ ਇਵੇਂ ਰਿਲੀਜ਼ ਹੋਏ, ਸਿਰਫ ਇੱਥੇ ਹੀ ਇੱਕ ਲਿਸਟ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਸਾਰੀ ਦੀ ਸਾਰੀ ਲਿਸਟ ਜਿਹੜੀ ਹੈ ਨੈਗੇਟਿਵ ਆਈ ਹੈ। ਮੈਂ ਸਮਝਦਾ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਪ੍ਰਤੱਖ ਰਹਿਮਤ ਹੈ ਕਿ ਉਹ ਆਪਣੇ ਬੱਚਿਆਂ ਨੂੰ ਹਮੇਸ਼ਾ ਹੀ ਗਰੀਬ ਨਵਾਜ ਗੁਸਈਆਂ ਮੇਰਾ ਮਾਥੇ ਛਤਰ ਧਰੇ, ਐਸੀ ਲਾਲ ਤੁਝ ਬਿਨ ਕੌਣ ਕਰੇ, ਗੁਰੂ ਕੀ ਬਾਣੀ ਦੇ ਐਸੇ ਪਵਿੱਤਰ ਸ਼ਬਦ, ਐਸੀਆਂ ਰਹਿਮਤਾਂ ਜਿਹੜੀਆਂ ਨੇ ਉਹ ਪ੍ਰਤੱਖ ਹੋਈਆਂ ਨੇ। ਮੈਨੂੰ ਲੱਗਦਾ ਜ਼ਿੰਦਗੀ ਦਾ ਇੱਕ ਪ੍ਰੈਕਟੀਕਲ ਹੋ ਗਿਆ ਗੁਰਬਾਣੀ ਦੇ ਪਰਥਾਏ ਤੁਹਾਡਾ, ਕਿਉਂਕਿ ਕੀਰਤਨ ਕਰਨਾ ਜਾਂ ਬਾਣੀ ਪੜ੍ਹਨੀ ਹੋਰ ਗੱਲ ਹੁੰਦੀ ਹੈ, ਪਰ ਜਦੋਂ ਬਾਣੀ ਵਰਤਦੀ ਹੈ ਉਦੋਂ ਫਿਰ ਥੋੜ੍ਹਾ ਜਿਹਾ ਜ਼ਿੰਦਗੀ ਦਾ ਹੋਰ ਐਕਸਪੀਰੀਅੰਸ ਬਣਦਾ। ਕੀ ਕਹਿਣਾ ਚਾਹੋਗੇ? ਜੀ ਭਾਈ ਬਿਲਕੁਲ, ਜਦੋਂ ਰੱਬ ਜਦੋਂ ਆਪ ਵਰਤਦਾ ਹੋਵੇ ਫਿਰ ਬਹੁਤ ਵਧੀਆ ਲੱਗਦਾ, ਕਿਉਂਕਿ ਐਕਸਪੀਰੀਅੰਸ, ਸਹੀ ਗੱਲ ਤੁਸੀਂ ਕਹੀ ਕਿ ਐਕਸਪੀਰੀਅੰਸ ਦੀ ਗੱਲ, ਐਕਸਪੀਰੀਅੰਸ ਵੀ ਚਲੋ ਮਹਾਰਾਜ ਦੀ ਮਿਹਰ ਸਦਕਾ ਕਿ ਅਸੀਂ ਤਾਂ ਉਹਨਾਂ ਦੇ ਭਰੋਸੇ ਹੀ, ਕਿ ਉਹਨਾਂ ਦੇ ਭਰੋਸੇ ਹੀ ਰਹੇ। ਬਾਕੀ ਚਲੋ ਮਹਾਰਾਜ ਬਹੁਤ ਮਿਹਰ ਕੀਤੀ ਜੋ ਅਸੀਂ ਅੱਜ ਘਰੇ ਪਹੁੰਚ ਚੁੱਕੇ ਹਾਂ, ਚਲੋ ਉਹਨਾਂ ਦੀ ਮਿਹਰ ਸਦਕਾ ਹੀ ਹੈ। ਠੀਕ ਹੈ। ਤੇ ਘਰੇ ਆ ਕੇ ਫਿਰ ਕਿਵੇਂ ਦਾ ਲੱਗਿਆ? ਸਾਰੇ ਹੁਣ ਤਾਂ ਕੋਈ ਬਹੁਤਾ ਇੱਕ ਦੂਜੇ ਤੋਂ ਦੂਰੀ ਜਾਂ ਮਾਸਕ ਵਗੈਰਾ ਨਹੀਂ ਪਹਿਨਦੇ ਹੋਣੇ, ਹੁਣ ਤਾਂ ਸਾਰੇ ਨਾਰਮਲ ਲਾਈਫ 'ਚ ਉਹ ਜੀ ਬਿਲਕੁਲ ਹੈ ਤੇ ਵੈਸੇ ਨੋਰਮਲ ਲਾਈਫ ਸੀ ਆ, ਬਟ ਆਉਣ ਵੇਲੇ ਉਹਨਾਂ ਨੇ ਫਿਰ ਵੀ ਕਿਹਾ ਸੀ ਕਿ 14 ਦਿਨ ਕੀ ਅਲੱਗ ਹੀ ਰਹਿਣਾ ਵੱਖਰੇ ਰੂਮ 'ਚ, ਕਿ ਆਪਣੇ ਆਪ ਪਰਹੇਜ ਫਿਰ ਵੀ ਘਰ ਜਾ ਕੇ ਫਿਰ ਵੀ ਪਰਹੇਜ ਕਰਨਾ। ਚਲੋ ਉਹ ਤੇ ਅਸੀਂ ਕਰਾਂਗੇ। ਅੱਜ ਤੇ ਫਸਟ ਡੇ ਹੀ ਆ, ਅੱਜ ਤੇ ਚਲੋ ਸਾਰੇ ਠੀਕ ਆ। ਤੇ ਅਸੀਂ ਚਾਹਾਂਗੇ ਕਿ ਹੁਣ ਸਾਡੇ ਨਾਲ ਤੁਸੀਂ ਇਸ ਵਕਤ ਲਾਈਵ ਜੁੜੇ ਹੋਏ ਹੋ, ਕੋਈ ਜਿਹੜਾ ਸ਼ਬਦ ਤੁਸੀਂ ਇਹ ਸਾਰੇ 2 ਮਹੀਨਿਆਂ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਤੁਹਾਡੇ ਦਿਲ ਦੇ ਨਜ਼ਦੀਕ ਰਿਹਾ, ਉਹ ਥੋੜ੍ਹਾ ਜਿਹਾ ਗਾ ਕੇ ਸਾਨੂੰ ਸੁਣਾਉਂਦੇ ਤੁਸੀਂ, ਜਿਹੜਾ ਬਾਰ-ਬਾਰ ਤੁਸੀਂ ਗਾਉਂਦੇ ਰਹੇ ਹੋ। ਹਾਂਜੀ, ਇੱਕ ਸ਼ਬਦ ਸੀ, ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ, ਜਦੋਂ ਮੇਰੀ ਜਾਨ ਨਿਕਲੇ ਜੀ, ਜਦੋਂ ਮੇਰੀ ਜਾਨ ਨਿਕਲੇ, ਜਦੋਂ ਮੇਰੀ ਜਾਨ ਨਿਕਲੇ, ਲੜ ਲੱਗਿਆ ਗੁਰੂ ਜੀ ਤੇਰੇ, ਉਹ ਪੱਲੇ ਨਾਲ ਲਾਈ ਰੱਖਿਓ ਜੀ, ਪੱਲੇ ਨਾਲ ਲਾਈ ਰੱਖਿਓ, ਪੱਲੇ ਨਾਲ ਲਾਈ ਰੱਖਿਓ, ਤੇਰੇ ਦਰ ਤੋਂ ਬਿਨਾ ਨੀ ਦਰ ਕੋਈ, ਮੈਂ ਕਿਹੜੇ ਦਰ ਜਾਵਾਂ ਮਾਲਕਾ, ਮੈਂ ਕਿਹੜੇ ਦਰ ਜਾਵਾਂ ਮਾਲਕਾ, ਮੈਂ ਕਿਹੜੇ ਦਰ ਜਾਵਾਂ ਮਾਲਕਾ। ਵਾਹਿਗੁਰੂ। ਸੋ ਸੱਚਮੁੱਚ ਇਹ ਦਿਲ ਨੂੰ ਟੁੰਬਣ ਵਾਲੇ ਬੋਲ ਨੇ। ਇਹਨਾਂ ਹਾਲਾਤਾਂ ਦੇ ਵਿੱਚ ਆਪਣੇ ਮੁਰਸ਼ਦ ਦੇ ਉੱਤੇ, ਆਪਣੇ ਗੁਰੂ ਦੇ ਉੱਤੇ ਐਸਾ ਭਰੋਸਾ। ਆਹ ਜਿਹੜਾ ਪਹਿਲੀ ਪੰਕਤੀ ਜਿਹੜੀ ਤੁਸੀਂ ਛੋਈ ਹੈ, ਇਹ ਤਾਂ ਬੜੀ ਹੀ ਮੈਂ ਸਮਝਦਾ ਗੁਰੂ ਸਾਹਿਬ ਜੀ ਨੂੰ ਵੀ ਜ਼ਰੂਰ ਇੱਕ ਵਾਰੀ ਖਿੱਚ ਵੱਜੀ ਹੋਏਗੀ ਕਿ ਕੈਸੇ ਬੱਚੇ ਨੇ ਮੇਰੇ, ਕਿ ਇੰਨਾ ਖਤਰਨਾਕ ਹਾਲਾਤਾਂ 'ਚ ਵੀ ਕਹਿ ਰਹੇ ਨੇ ਕਿ ਮੇਰਾ ਸੀਸ ਤੇਰੇ ਚਰਨਾਂ 'ਚ ਹੋਵੇ ਜਦੋਂ ਮੇਰੀ ਜਾਨ ਨਿਕਲੇ। ਇਹ ਮੈਂ ਸਮਝਦਾ ਤੇ ਕੋਈ ਰੱਬ ਦੇ ਪਿਆਰਿਆਂ ਦੀਆਂ ਸੰਗਤਾਂ ਕੀਤੀਆਂ ਹੁਣ ਤੇ ਫੇਰ ਹੀ ਐਸੀ ਭਾਵਨਾ ਬਣਦੀ ਆ, ਨਹੀਂ ਤੇ ਹਾਂ ਬਿਲਕੁਲ ਭਾਜੀ, ਨਹੀਂ ਤੇ ਦੁਨੀਆ ਤਾਂ ਮੌਤ ਤੋਂ ਬਹੁਤ ਡਰਦੀ ਪਈ ਆ ਜੀ, ਇੱਥੇ ਕੋਈ ਸ਼ੱਕ ਨਹੀਂ। ਚਲੋ ਮਹਾਰਾਜ ਦੀ ਮਿਹਰ ਸਦਕਾ ਉਹ ਆਪ ਕਰਾਉਂਦੇ ਤੇ ਭਾਜੀ ਅਸੀਂ ਕਰਦੇ ਪਏ, ਨਹੀਂ ਤੇ ਅਸੀਂ ਇੰਨੇ ਜੋਗੇ ਹੈ ਨਹੀਂ ਆ ਕਿ ਅਸੀਂ ਇੰਨਾ ਕੁਝ ਕਰ ਸਕੀਏ। ਚਲੋ ਆਪ ਹੀ ਕਰਾਉਂਦੇ ਆ। ਬਿਲਕੁਲ, ਉਹਨਾਂ ਨੇ
ਹਾਂ, ਜਿਸ ਨੂੰ ਬਖਸ਼ ਲੈ ਹੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ। ਦੂਜਾ ਜਸ ਵੀ ਨਹੀਂ ਗਾ ਸਕਦਾ। ਇਹ ਕਿਰਪਾ ਦੀ ਹਾਂ, ਇਹ ਦਾਤ ਆ, ਇਹ ਗੁਰੂ ਸਾਹਿਬ ਜੀ ਦੀ ਕਿਰਪਾ ਦੀ ਦਾਤ ਆ। ਤੇ ਤੁਹਾਡੀ ਫਿਰ ਸਟੱਡੀ ਵਗੈਰਾ ਦਾ ਫਿਰ ਪਿੱਛੋਂ ਕਾਫੀ ਤੁਸੀਂ ਸਟੱਡੀ ਕਰਦੇ ਪਏ ਹੋ ਜਾਂ ਕੀ ਤੁਹਾਡੀ ਇਸ ਵੇਲੇ ਚੱਲਦਾ ਪਿਆ ਸੀ ਉੱਧਰ ਜਾਣ ਤੋਂ ਪਹਿਲਾਂ? ਭਾਜੀ ਵੈਸੇ ਤੇ ਮੈਂ ਇਸ ਅਪ੍ਰੈਲ 'ਚ ਕੈਨੇਡਾ ਚਲਾ ਜਾਣਾ ਸੀ। ਅੱਛਾ ਤੇ ਉਹ ਭਾਈ ਫਿਰ ਮੈਂ COVID-19 ਦੇਖਦੇ ਉਹਨਾਂ ਨੇ ਕਾਲਜ ਬੰਦ ਕਰਤੇ ਤੇ ਫਿਰ ਹੁਣ ਮੈਂ ਆਪਣਾ ਇਨਟੇਕ ਚੇਂਜ ਕਰਾਇਆ। ਹੁਣ ਮੇਰਾ 31 ਅਗਸਤ ਨੂੰ ਕਾਲਜ ਲੱਗਣਾ। ਹੁਣ ਅਗਸਤ 'ਚ ਮੈਂ ਚਲਾ ਜਾਣਾ ਕੈਨੇਡਾ। ਅੱਛਾ ਜੀ, ਅੱਛਾ ਜੀ। ਚਲੋ ਕੈਨੇਡਾ ਵਾਲੀਆਂ ਸੰਗਤਾਂ ਨੂੰ ਵੀ ਦਲਬੀਰ ਸਿੰਘ ਦਾ ਪਤਾ ਲੱਗ ਗਿਆ ਹੋਏਗਾ, ਕਿਉਂਕਿ ਇੱਕ ਗੱਲ ਹੋਰ ਮੈਂ ਤੁਹਾਨੂੰ ਕਹਿਣੀ ਚਾਹਾਂਗੇ ਕਿ ਤੁਹਾਡੇ ਵਾਸਤੇ ਸੰਗਤਾਂ ਨੇ ਬਹੁਤ ਅਰਦਾਸਾਂ ਕੀਤੀਆਂ। ਜਦੋਂ ਆਪਾਂ ਪ੍ਰੋਗਰਾਮ ਦੇ ਰਾਹੀਂ ਵੀ ਸੰਗਤਾਂ ਨੂੰ ਪਤਾ ਲੱਗਿਆ, ਸਭ ਦੇ ਮਨ ਦੇ ਵਿੱਚ ਸੀ ਕਿ ਕਿਉਂਕਿ ਹਜ਼ੂਰ ਸਾਹਿਬ ਦੇ ਨਾਲ ਮੈਂ ਸਮਝਦਾ ਹਰ ਸਿੱਖੀ ਨੇ, ਹਰ ਧਰਮ ਨੂੰ ਪਿਆਰ ਕਰਨ ਵਾਲੀਆਂ ਲੱਖਾਂ ਜਿਹੜੀਆਂ ਸੰਗਤਾਂ ਨੇ ਜੁੜੀਆਂ ਹੋਈਆਂ ਨੇ, ਤੇ ਸਭ ਮਨਾਂ ਦੀਆਂ ਅਰਦਾਸਾਂ ਜਿਹੜੀਆਂ ਤੇ ਨਾਲੇ ਤੁਹਾਡਾ ਆਪਣਾ ਗੁਰੂ ਕਲਗੀਧਰ ਦੇ ਨਾਲ ਪਿਆਰ ਜਿਹੜਾ ਭਰੋਸਾ ਉਹਨੇ ਅੱਜ ਸੁੱਖਾਂ ਲੱਦੀ ਘੜੀ ਜਿਹੜੀ ਸਾਨੂੰ ਦਿਖਾਈ ਹੈ। ਤੇ ਮੈਂ ਸਮਝਦਾ ਗੁਰੂ ਸਾਹਿਬ ਕਿਰਪਾ ਕਰਨ, ਤੇ ਇਹ ਜਿਹੜੀ ਗੁਰੂ ਸਾਹਿਬ ਦੀ ਕਿਰਪਾ ਤੇ ਨਾਲ ਅਸੀਂ ਹੁਣ ਜਿਹੜੇ ਤੁਹਾਡੇ ਸ਼ਬਦ ਜਿਹੜੇ ਤੁਸੀਂ ਸਾਨੂੰ ਰਿਕਾਰਡਿੰਗ ਭੇਜੀ ਹੈ ਉਹ ਇੱਥੇ ਸੰਗਤਾਂ ਨੂੰ ਦਿਖਾਉਂਦੇ ਆ। ਤੇ ਨਾਲ ਉਸ ਤੋਂ ਬਾਅਦ ਇੱਕ ਛੋਟਾ ਜਿਹਾ ਵਿਸ਼ਰਾਮ ਲੈ ਕੇ ਫਿਰ ਤੁਹਾਡੇ ਨਾਲ ਅਸੀਂ ਗੱਲਬਾਤ ਆਪਣੀ ਜਾਰੀ ਕਰਾਂਗੇ। ਸੋ ਇੱਥੇ ਆਪਾਂ ਹੁਣ ਉਹ ਕੀਰਤਨ ਦੀਆਂ ਝਲਕੀਆਂ ਦੇਖਦੇ ਨੇ ਜਿਹੜੀਆਂ ਭਾਈ ਸਾਹਿਬ ਨੇ ਪਹਿਲਾਂ ਰਿਕਾਰਡ ਕੀਤੀਆਂ ਨੇ। ਹਜ਼ੂਰ ਸਾਹਿਬ ਤੋਂ ਆਈ ਹੋਈ ਸੰਗਤ ਵੱਲੋਂ ਕਰੋਨਾ ਪੋਜ਼ਿਟਿਵ ਸੰਗਤ ਵੱਲੋਂ ਹਸਪੀਟਲ ਦੇ ਵਿੱਚ ਆਈਸੋਲੇਸ਼ਨ ਵਾਰਡ ਦੇ ਵਿੱਚ ਬੈਠ ਕੇ ਹਸਪੀਟਲ ਦੇ ਸਟੂਲ ਦੀ ਢੋਲਕੀ ਬਣਾ ਕੇ ਇਹ ਗਾਉਣਾ, ਧਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ ਸਤਿਗੁਰ ਚਰਨਾ। ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਜਵਾਬ ਹੈ, ਬਹੁਤ ਵੱਡਾ ਜਵਾਬ ਹੈ ਉਹਨਾਂ ਸਾਰਿਆਂ ਨੂੰ ਜਿਹੜੇ ਪਿਛਲੇ ਲੰਬੇ ਅਰਸੇ ਤੋਂ ਸੋਚਦੇ ਪਏ ਨੇ ਕਿ ਸਿੱਖ ਸੰਗਤਾਂ ਦਾ ਭਰੋਸਾ, ਸਿੱਖ ਸੰਗਤਾਂ ਦੀ ਆਸਥਾ ਕਮਜ਼ੋਰ ਕੀਤੀ ਜਾਏ ਗੁਰੂ ਸਾਹਿਬ ਜੀ ਦੇ ਪ੍ਰਤੀ। ਪਰ ਇਹ ਉਹਨਾਂ ਦਾ ਭੁਲੇਖਾ ਹੈ, ਇਹ ਉਹਨਾਂ ਦਾ ਭੁਲੇਖਾ ਹੈ। ਕਰੋਨਾ ਪੋਜ਼ਿਟਿਵ ਸੰਗਤ ਹੈ ਸੰਗਤ ਜੀ। ਆਪਾਂ ਜਾਣਦੇ ਕਰੋਨੇ ਨੇ ਕੀ ਕੁਝ ਕੀਤਾ ਹੋਇਆ ਦੁਨੀਆ ਦੇ ਵਿੱਚ, ਤੇ ਇਹ ਬੀਬੀਆਂ ਛੋਟਾ ਜਿਹਾ ਬੱਚਾ ਲਾ ਕੇ, ਇੱਕ ਪਿੱਛੇ ਬੱਚੀ ਬੈਠੀ ਹੋਈ ਹੈ ਤੇ ਗਾ ਕੀ ਰਹੇ ਨੇ, ਧਨ ਸੋ ਵੇਲਾ ਜਿਤ ਦਰਸ਼ਨ ਕਰਨਾ। ਉਹ ਘੜੀ ਧਨ ਸੀ ਗੁਰੂ ਕਲਗੀਆਂ ਵਾਲਿਆ ਜਦੋਂ ਤੇਰੇ ਦਰ ਤੇ ਆਏ ਤੇ ਤੇਰਾ ਦਰਸ਼ਨ ਕੀਤਾ। ਇਹ ਭਾਵਨਾ ਜਿਹੜੀ ਹੈ ਮੈਂ ਸਮਝਦਾ ਐਸੀ ਭਾਵਨਾ ਤੇ ਗੁਰੂ ਕਲਗੀਧਰ ਪਾਤਸ਼ਾਹ ਕਿਵੇਂ ਨਾ ਲਏ ਆ ਕੇ ਕਲਾਵੇ ਦੇ ਵਿੱਚ, ਉਹ ਕਿਵੇਂ ਨਾ ਪਿਆਰ ਕਰੇ। ਇੱਕ ਹੋਰ ਸ਼ਬਦ ਜਿਹੜਾ ਇਹਨਾਂ ਦਾ ਰਿਕਾਰਡ ਕੀਤਾ ਹੋਇਆ, ਆਓ ਉਹਨੂੰ ਵੀ ਸੁਣਦੇ ਹਾਂ ਜੀ। ਤੇ ਸੱਚਮੁੱਚ ਫਿਰ ਵੈਦ ਆ ਗਿਆ ਜੀ ਬਾਬਾ ਵੈਦ ਰੋਗੀਆਂ ਦਾ। ਤੇ ਉਹ ਦੁਨੀਆ ਦਾ ਸਭ ਤੋਂ ਵੱਡਾ ਵੈਦ,
ਉਹ ਆ ਗਿਆ। ਜਿਨੇ ਵੈਦ ਸੁਜਾਨ ਵਰਗੇ ਕਈ ਪੈਦਾ ਕੀਤੇ, ਉਹ ਖੁਦ ਆ ਕੇ ਉਹਨੇ ਕਿਰਪਾ ਕੀਤੀ। ਐਸੀ ਪਿਆਰ ਦੀ ਭਾਵਨਾ ਸੰਗਤ ਜੀ ਜਿੱਥੇ ਹੋਏਗੀ, ਉੱਥੇ ਗੁਰੂ ਕਲਗੀਧਰ ਦੀ ਮੇਰ ਰਹਿਮਤ ਖੁੱਲੀ ਵਰਤਣੀ ਇੱਕ ਕੁਦਰਤੀ ਵਰਤਾਰਾ ਹੈ, ਕਿਉਂਕਿ ਸੁਭਾਅ ਉਹਦਾ ਨਹੀਂ ਬਦਲਿਆ, ਸਾਡਾ ਬਦਲਿਆ ਸੰਗਤ ਜੀ। ਤੇ ਜਿੱਥੇ ਅੱਜ ਵੀ ਉਸੇ ਪਿਆਰ ਵਾਲੇ ਹੋਣਗੇ ਜਿਹੜੇ ਕਿ ਮੌਤ ਦੇ ਮੂੰਹ ਤੇ ਬਹਿ ਕੇ ਵੀ ਇਹ ਗਾਉਣਗੇ, ਆ ਗਿਆ ਜੀ ਬਾਬਾ ਵੈਦ ਰੋਗੀਆਂ ਦਾ, ਤੇ ਰੋਗੀਆਂ ਦੇ ਵੈਦ ਨੂੰ ਆ ਕੇ ਫਿਰ ਰੋਗ ਕੱਟਣਾ ਹੀ ਪੈਣਾ। ਇਹ ਤਾਂ ਪਿਆਰ ਦੇ ਸੌਦੇ ਨੇ ਸੰਗਤ ਜੀ, ਇਹ ਤਾਂ ਲੱਗੀਆਂ ਵਾਲੇ ਜਾਣਦੇ। ਬੇਕਦਰਾਂ ਨੂੰ ਕੀ, ਉਹ ਤਾਂ ਬੜਾ ਕੁਝ ਕਰਨ ਰਹੇ ਨੇ, ਪਰ ਉਹਨਾਂ ਦੀ ਚੱਲਣੀ ਇੱਕ ਨਹੀਂ। ਇਹ ਉਸ ਗੁਰੂ ਕਲਗੀਧਰ ਪਾਤਸ਼ਾਹ ਦਾ ਪੰਥ ਹੈ, ਇਹ ਕਲਗੀਧਰ ਪਾਤਸ਼ਾਹ ਦਾ ਪੰਥ ਹੈ ਸੰਗਤ ਜੀ। ਕਲਗੀਧਰ ਪਾਤਸ਼ਾਹ ਦਾ ਇਹ ਜਿਹੜਾ ਕੋਈ ਦੁੱਖੀ ਤਿੱਕੀ ਸੋਚਦਾ ਨਾ ਕਿ ਮੈਂ ਇਹਨੂੰ ਕਮਜ਼ੋਰ ਕਰ ਦਾਂਗਾ, ਇਹੋ ਜਿਹੇ ਕਈ ਦੁੱਖੀ ਤਿੱਕੀ ਆਏ ਤੇ ਕਈ ਚਲੇ ਗਏ। ਇਹ ਪੰਥ ਦੀ ਸਦਾ ਹੀ ਚੜ੍ਹਦੀ ਕਲਾ ਹੋਣੀ ਹੈ, ਜਿੱਥੇ ਐਸੀਆਂ ਮਾਤਾਵਾਂ ਬੀਬੀਆਂ ਹੋਣਗੀਆਂ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ, ਤੇ ਕਿਉਂ ਨਾ ਫਿਰ ਕਲਾ ਵਰਤੇਗੀ। ਸੋ ਸੰਗਤ ਜੀ, ਆਹ ਦੇਖੋ ਧਾਰੀਵਾਲ ਦੇ ਵਿੱਚ CHC ਜੋ ਛੋਟਾ ਹਸਪੀਟਲ ਹੁੰਦਾ, ਉੱਥੇ ਬੈਠੀਆਂ ਕਰੋਨਾ ਪੋਜ਼ਿਟਿਵ ਬੀਬੀਆਂ ਨੇ, ਨਾਲ ਬਜ਼ੁਰਗ ਵੀ ਆਏ ਹੋਏ ਨੇ, ਬੱਚੇ ਵੀ ਨੇ ਨਾਲ, ਪਰ ਭਰੋਸਾ ਗੁਰੂ ਕਲਗੀਧਰ ਪਾਤਸ਼ਾਹ ਦੇ ਪਿਆਰ ਦੇ ਉੱਤੇ ਭਰੋਸਾ ਹੈ, ਹਜ਼ੂਰ ਸਾਹਿਬ ਵਾਲੇ ਤੇ ਭਰੋਸਾ ਹੈ ਸੰਗਤ ਜੀ, ਹਜ਼ੂਰ ਸਾਹਿਬ ਵਾਲੇ ਤੇ ਭਰੋਸਾ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਤੇ ਗੁਰੂ ਫਿਰ ਮੇਰਾ ਵਰਤਾਉਂਦਾ, ਤੇ ਮੇਰਾ ਉਹਨੇ ਵਰਤਾਤੀਆਂ। ਇਹ ਸਾਰੇ ਦੇ ਸਾਰੇ ਹੁਣ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਹੋ ਕੇ ਬੈਠੇ ਹੋਏ ਨੇ। ਸੋ ਇੱਕ ਛੋਟਾ ਜਿਹਾ ਇੱਕ ਅੰਤਰਾ ਇਹਨਾਂ ਦਾ, ਇੱਕ ਇਹਨਾਂ ਦੀ ਸਥਾਈ ਜਿਹੜੀ ਹੈ, ਆਓ ਸੁਣਦੇ ਹਾਂ। ਸੰਗਤ ਜੀ, ਇੱਥੇ ਹੁਣ ਹੋਰ ਕੁਝ ਕਹਿਣ ਨੂੰ ਰਹਿ ਨਹੀਂ ਜਾਂਦਾ। ਐਸੇ ਭਰੋਸੇ ਵਾਲੀਆਂ ਸੰਗਤਾਂ, ਐਸੇ ਭਰੋਸੇ ਵਾਲੇ ਬੱਚੇ, ਐਸੇ ਭਰੋਸੇ ਵਾਲੇ ਵੀਰ ਜਿਹੜੇ ਗੁਰੂ ਕਲਗੀ ਵਾਲੇ ਨੂੰ ਕਹਿ ਰਹੇ ਹੋਣ, ਮੇਰਾ ਸੀਸ ਤੇਰੇ ਚਰਨਾਂ ਤੇ ਹੋਵੇ ਜਦੋਂ ਮੇਰੀ ਜਾਨ ਨਿਕਲੇ। ਕਰੋਨਾ ਪੋਜ਼ਿਟਿਵ ਹੋ ਕੇ ਵੀ ਜਿਹੜੇ ਇਹ ਗਾ ਰਹੇ ਹੋਣਗੇ, ਮੇਰਾ ਸੀਸ ਤੇਰੇ ਚਰਨਾਂ ਤੇ ਹੋਵੇ ਜਦੋਂ ਮੇਰੀ ਜਾਨ ਨਿਕਲੇ, ਤੇ ਫਿਰ ਮੈਂ ਸਮਝਦਾ ਕਿ ਗੁਰੂ ਕਲਗੀਧਰ ਪਾਤਸ਼ਾਹ ਦਾ ਪਿਆਰ ਕਿਉਂ ਨਾ ਉਹਨਾਂ ਦੇ ਉੱਤੇ ਆਏਗਾ, ਕਿਉਂ ਨਾ ਐਸੀਆਂ ਰਹਿਮਤਾਂ ਕਰੇਗਾ। ਸੋ ਮੁਬਾਰਕ ਹੈ ਇਹਨਾਂ ਸਾਰੀਆਂ ਸੰਗਤਾਂ ਨੂੰ ਜਿਹੜੀਆਂ ਤੰਦਰੁਸਤ ਹੋ ਕੇ ਘਰਾਂ ਨੂੰ ਗਈਆਂ। ਵਿਚਾਰਾਂ ਆਪਾਂ ਅੱਗੇ ਵੀ ਜਾਰੀ ਰੱਖੇਂਗੇ, ਛੋਟਾ ਜਿਹਾ ਵਿਸ਼ਰਾਮ ਲੈ ਕੇ ਬਹੁਤ ਜਲਦੀ ਹਾਜ਼ਰ ਹੋ ਰਹੇ ਹਾਂ। ਸੋ ਸੰਗਤ ਜੀ, ਇਸ ਵਕਤ ਸਾਡੇ ਨਾਲ ਦਲਬੀਰ ਸਿੰਘ ਨੌਜਵਾਨ ਗੁਰਸਿੱਖ, ਜਿਹਨੂੰ ਕਿ ਕਰੋਨਾ ਪੋਜ਼ਿਟਿਵ ਦੀ ਪ੍ਰੋਬਲਮ ਆਈ ਸੀ, ਹੁਣ ਰਿਪੋਰਟ ਨੈਗੇਟਿਵ ਆ ਚੁੱਕੀ ਹੈ ਤੇ ਆਪਣੇ ਘਰ ਪਹੁੰਚਿਆ ਹੈ ਛੋਟਾ ਵੀਰ, ਤੇ ਉਹਨਾਂ ਦਾ ਸਾਰਾ ਪਰਿਵਾਰ ਇਸ ਵਕਤ ਸਾਡੇ ਨਾਲ ਜੁੜ ਚੁੱਕਾ ਹੈ। ਅਸੀਂ ਉਹਨਾਂ ਦੀ ਆਪ ਜੀ ਦੇ ਨਾਲ ਗੱਲਬਾਤ ਕਰਾਉਣ ਜਾ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸੋ ਇਹ ਸਾਡੇ ਨਾਲ ਦਲਬੀਰ ਸਿੰਘ, ਇਹਨਾਂ ਨਾਲ ਤਾਂ ਹੁਣੇ ਆਪਾਂ ਗੱਲ ਕੀਤੀ ਸੀ, ਨਾਲ ਉਹਨਾਂ ਦੇ ਫਾਦਰ ਸਾਹਿਬ ਨੇ ਐਸਆਈ ਰਣਜੀਤ ਸਿੰਘ ਜੀ, ਨਾਲ ਉਹਨਾਂ ਦੇ ਮਦਰ ਸਿਸਟਰ, ਤੇ ਇਹ ਸਾਰੇ ਹੀ ਤੁਸੀਂ ਗਏ ਸੀ ਜੀ ਹਜ਼ੂਰ ਸਾਹਿਬ?
ਹਾਂਜੀ ਹਾਂਜੀ, ਸਾਰੀ ਫੈਮਿਲੀ ਅਸੀਂ ਗਏ ਸੀ। ਅੱਛਾ ਜੀ। ਤੇ ਭਾਈ ਰਣਜੀਤ ਸਿੰਘ ਜੀ, ਕਿਵੇਂ ਲੱਗ ਰਿਹਾ ਹੁਣ ਬੇਟਾ ਘਰੇ ਆ ਗਿਆ ਸੁੱਖੀ ਸਾਂਦੀ ਮਹਾਰਾਜ ਦੀ ਮਿਹਰ ਨਾਲ, ਕੀ ਕਹਿਣਾ ਚਾਹੋਗੇ? ਹਾਂਜੀ ਭਾਈ ਸਾਹਿਬ ਜੀ, ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕਰਨ ਰਿਹਾ ਜੀ, ਬਹੁਤ ਵਧੀਆ ਲੱਗ ਰਿਹਾ ਜੀ ਭਾਈ। ਸੰਤ ਬਾਬਾ ਹਜ਼ਾਰਾ ਸਿੰਘ ਕਾਲਜ ਦੇ ਵਿੱਚ ਸੀਗੇ ਜਦੋਂ ਤੁਸੀਂ, ਤੇ ਉੱਥੇ ਜਦੋਂ ਫਿਰ ਰਿਪੋਰਟ ਆਈ ਇਹਦੀ ਪੋਜ਼ਿਟਿਵ ਦੀ, ਤੇ ਉਦੋਂ ਕਾਫੀ ਇੱਕ ਝਟਕਾ ਜਿਹਾ ਤਾਂ ਮਹਿਸੂਸ ਹੋਇਆ ਹੋਏਗਾ ਕਿ ਉਦੋਂ ਦੀ ਕੀ ਭਾਵਨਾ ਸੀ ਤੇ ਅੱਜ ਦੀ ਕੀ ਭਾਵਨਾ ਹੈ? ਕੋਈ ਸ਼ੱਕ ਨਹੀਂ ਵੀਰ ਜੀ, ਜਿਸ ਸਮੇਂ ਪੋਜ਼ਿਟਿਵ ਦੀ ਰਿਪੋਰਟ ਦਾ ਪਤਾ ਲੱਗਾ ਤੇ ਝਟਕਾ ਬਿਲਕੁਲ ਲੱਗਿਆ ਸੀ, ਪਰ ਬਾਜਾਂ ਵਾਲੇ ਨੇ ਮਿਹਰ ਕੀਤੀ, ਆਪਣੀ ਕਿਰਪਾ ਕੀਤੀ ਤੇ ਉਹਨੇ ਹੌਸਲਾ ਬਖਸ਼ਿਆ ਵੀ ਕੋਈ ਗੱਲ ਨਹੀਂ। ਕੁਝ ਗੁਰ ਪੀਰ ਸੰਗਤਾਂ ਨੇ ਹੌਸਲਾ ਦਿੱਤਾ ਵੀ ਕੋਈ ਗੱਲ ਨਹੀਂ, ਸਭ ਠੀਕ ਹੋ ਜਾਏਗਾ। ਤੇ ਮਹਾਰਾਜ ਨੇ ਬਲ ਬਖਸ਼ਿਆ ਮੈਨੂੰ ਵੀ ਔਰ ਬੇਟੇ ਨੂੰ ਵੀ। ਅਸੀਂ ਚੜ੍ਹਦੀ ਕਲਾ ਵਿੱਚ ਆ ਗਏ ਆ ਤੇ ਮਹਾਰਾਜ ਜੋ ਕਰਨਾ ਤੂੰ ਹੀ ਕਰਨਾ, ਤੇਰੇ ਵਾਸਤੇ ਵਿੱਚ ਆ ਸਾਰਾ ਕੁਝ, ਭਰੋਸਾ ਸੀ ਉਹਦੇ ਉੱਤੇ। ਜੀ ਜੀ ਜੀ, ਠੀਕ ਆ। ਅੱਜ ਨੈਗੇਟਿਵ ਰਿਪੋਰਟ ਆਈ ਹੈ ਤੇ ਉਸ ਬਾਜਾਂ ਵਾਲੇ ਦਾ ਸ਼ੁਕਰਾਨਾ ਕਰਨੇ ਕਿ ਮਹਾਰਾਜ ਤੇਰਾ ਸ਼ੁਕਰ ਹੈ, ਤੂੰ ਲਾਜ ਰੱਖੀ ਹੈ ਗਰੀਬਾਂ ਦੀ। ਵਾਹ, ਭਰੋਸਾ ਹੀ ਬਿਲਕੁਲ ਬਾਦਸ਼ਾਹ ਤੋਂ, ਭਰੋਸਾ ਵੀ ਉਹਨੇ ਆਪ ਹੀ ਮਿਹਰ ਕਰਕੇ ਬਖਸ਼ ਦਿੱਤਾ। ਇਹਦੇ ਦਾਸ ਇਹਦੇ ਕਿੱਥੇ ਵੀਰ ਜੀ। ਵਾਹ, ਬਿਲਕੁਲ, ਭਰੋਸਾ ਵੀ ਉਹ ਆਪ ਹੀ ਬਣਾਉਂਦਾ। ਜੇ ਉਹ ਕਿਰਪਾ ਕਰਦਾ ਫੇਰ ਹੀ ਭਰੋਸਾ ਬਣ ਪਾਉਂਦਾ, ਨਹੀਂ ਤੇ ਭਰੋਸਾ ਵੀ ਕਿਵੇਂ ਬਣਦਾ। ਇਹ ਤਾਂ ਉਹਦਾ ਬਿਰਧ ਹੈ ਨਾ, ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆ, ਰਾਮ ਰਾਜੇ ਹਰਨਾਕਸ਼ ਦੁਸ਼ਟਾਰ ਮਾਰਿਆ ਪ੍ਰਹਲਾਦ ਤਰਾਇਆ, ਉਹਦਾ ਬਿਰਧ ਹੈ। ਸੋ ਬਿਲਕੁਲ ਬਹੁਤ ਵਧੀਆ ਭਾਵਨਾ। ਅਸੀਂ ਚਾਹਾਂਗੇ ਭੈਣ ਜੀ ਹੋਰਾਂ ਦੀ ਵੀ ਥੋੜ੍ਹੀ ਜਿਹੀ ਗੱਲਬਾਤ, ਕੈਮਰਾ ਤੁਸੀਂ ਥੋੜ੍ਹਾ ਉਹਨਾਂ ਦੇ ਲਾਗੇ ਕਰਾਉਂਦੇ ਤੇ ਉਹਨਾਂ ਦੇ ਵੀ ਦਿਲ ਦੇ ਭਾਵ ਆਪਾਂ ਸੰਗਤਾਂ ਦੇ ਨਾਲ ਸਾਂਝੇ ਕਰਾਉਂਦੇ ਜੀ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਭੈਣ ਜੀ ਸਾਰੀ ਯਾਤਰਾ ਜਿਹੜੀ ਆ ਪਿਛਲੇ 2 ਮਹੀਨਿਆਂ ਦੀ, ਮੈਂ ਸਮਝਦਾ ਬੜੀ ਔਖੀ ਘਾਟੀ ਵੀ ਬਣ ਗਈ ਸੀ, ਪਰ ਕਿਵੇਂ ਹੁਣ ਕੀ ਮਹਿਸੂਸ ਕਰਦੇ ਪਏ ਹੋ? ਮਹਾਰਾਜ ਦੀ ਮਿਹਰ ਹੈ ਭਾਜੀ, ਬੇਟਾ ਘਰ ਆ ਗਿਆ ਵਾ, ਸ਼ੁਕਰਾਨਾ ਕਰਦੇ ਆ ਮਹਾਰਾਜ ਦਾ। ਸ਼ੁਕਰ ਹੈ ਮਹਾਰਾਜ, ਅਸੀਂ ਸਾਰਾ ਪਰਿਵਾਰ ਇਕੱਠੇ ਹੋ ਗਏ ਫਿਰ। ਵਾਹ, ਤੇ ਜਦੋਂ ਘਰੇ ਆਇਆ ਤੇ ਉਹ ਕਿਵੇਂ ਦਾ ਮਾਹੌਲ ਸੀਗਾ ਜਦੋਂ ਹੁਣ, ਕਿਉਂਕਿ ਇੱਕ ਮਾਂ ਪੁੱਤ ਦਾ ਤਾਂ ਰਿਸ਼ਤਾ ਹੀ ਕੋਈ ਵੱਖਰਾ ਜਿਹਾ ਹੁੰਦਾ ਨਾ, ਤੇ ਫਿਰ ਜਦੋਂ ਹੁਣ ਘਰੇ ਪਹੁੰਚਿਆ ਸੀ ਤੇ ਉਦੋਂ ਫਿਰ ਕੀ ਭਾਵਨਾਵਾਂ ਬਣੀਆਂ ਜੀ? ਖੁਸ਼ੀ ਦਾ ਮਾਹੌਲ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੀ ਭਾਈ ਦਲਬੀਰ ਸਿੰਘ, ਜੋ ਕਿ ਕਰੋਨਾ ਪੋਜ਼ਿਟਿਵ ਸੀ, ਕਰੋਨਾ ਨੂੰ ਹਰਾ ਕੇ ਮਹਾਰਾਜ ਜੀ ਦੀ ਕਿਰਪਾ ਨਾਲ ਘਰ ਆ ਗਏ ਆ। ਇਹ ਉਹਦਾ ਪਰਿਵਾਰ ਸਵਾਗਤ ਕਰ ਰਿਹਾ ਜੀ ਇਹਦਾ। ਹਾਂ, ਤੇ ਉੱਥੇ ਵੀ ਫਿਰ ਦੱਸ ਰਿਹਾ ਸੀ ਦਲਬੀਰ ਸਿੰਘ ਕਿ ਸਾਰੇ ਤੁਸੀਂ ਬੈਠ ਕੇ ਕੀਰਤਨ ਕਰਦੇ ਹੁੰਦੇ ਸੀ, ਹਜ਼ੂਰ ਸਾਹਿਬ ਵੀ ਕੀਰਤਨ ਕਰਦੇ ਰਹੇ, ਕਾਲਜ ਦੇ ਵਿੱਚ ਵੀ ਕੀਰਤਨ ਕਰਦੇ ਸੀ। ਸੋ ਕਦੀ ਮਨ ਦੇ ਵਿੱਚ ਕੋਈ ਕਿਵੇਂ ਭਰੋਸਾ ਸ਼ੁਰੂ ਤੋਂ ਹੀ ਬਣਿਆ ਰਿਹਾ ਕਿ ਜਾਂ ਵਿੱਚ ਥੋੜਾ ਬਹੁਤਾ ਕਿਸੇ ਵੇਲੇ ਮਨ ਡੋਲਦਾ ਵੀ ਸੀ? ਸ਼ੁਰੂ ਤੋਂ ਹੀ ਬਣਿਆ ਰਿਹਾ ਸੀ ਭਰੋਸਾ ਮਹਾਰਾਜ ਤੇ। ਜੀ ਜੀ, ਅੱਛਾ ਜੀ, ਚਲੋ ਸ਼ੁਕਰ ਆ। ਤੇ ਬੇਟੀਆ ਵੀ ਨਾਲ ਹੀ ਗਈ ਸੀ ਤੁਹਾਡੇ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੇਟਾ, ਕਿੱਦਾਂ ਦਾ ਰਿਹਾ ਤੁਹਾਡਾ ਸਫ਼ਰ ਪਿਛਲੇ 2 ਮਹੀਨਿਆਂ ਦਾ? ਥੋੜਾ ਜਿਹਾ ਤੁਸੀਂ ਆਪਣੇ ਮਨ ਦੀ ਗੱਲ ਜੇ ਸਾਡੇ ਨਾਲ ਸਾਂਝੀ ਕਰਦੇ। ਇੱਥੇ ਯਾਤਰਾ ਤੇ ਜਦੋਂ ਤੁਸੀਂ ਗਏ ਤੇ ਉੱਥੇ ਰਹੇ, ਫਿਰ ਇਹ ਸਾਰੀ ਮੁਸ਼ਕਲ ਵੀ ਆਈ, ਤੁਹਾਡੇ ਮਨ 'ਚ ਕਿਵੇਂ ਦੀਆਂ ਭਾਵਨਾਵਾਂ ਰਹੀਆਂ ਜੀ? ਜੀ ਬਹੁਤ ਵਧੀਆ ਲੱਗਿਆ, ਅੱਛਾ ਜੀ, ਮਹਾਰਾਜ ਜੀ ਦੀ ਕਿਰਪਾ ਹੈ। ਅੱਛਾ ਅੱਛਾ, ਉੱਥੇ ਵੀ ਮਹਾਰਾਜ ਦੀ ਕਿਰਪਾ ਦੇ ਨਾਲ ਫਿਰ ਤੁਸੀਂ ਵੀ ਕੀਰਤਨ ਨਾਲ ਕਰਦੇ ਸੀਗੇ ਜਾਂ ਹਰ ਇਕੱਲਾ ਕੀਰਤਨ ਕਰਦਾ ਸੀ ਦਲਬੀਰ ਸਿੰਘ? ਦਲਬੀਰ ਕੀਰਤਨ ਕਰਦੇ ਸੀ, ਮਗਰ ਬਹੁਤ ਸਾਰੇ ਇਕੱਠੇ ਬੈਠ ਕੇ ਕੀਰਤਨ ਕਰਦੇ ਸੀ। ਅੱਛਾ ਅੱਛਾ, ਤੇ ਅੱਜ ਹੁਣ ਬੜੇ ਦਿਨਾਂ ਬਾਅਦ ਸਾਰਾ ਪਰਿਵਾਰ ਇਕੱਠਾ ਹੋਇਆ, ਤੇ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਤੁਸੀਂ? ਮਿਹਰ ਹੋਈ ਹੈ, ਮਿਹਰ ਹੋਈ ਹੈ, ਵਾਲੇ ਮਹਾਰਾਜ ਮਿਹਰ। ਚਲੋ
ਚਲੋ ਸ਼ੁਕਰ ਹੈ ਗੁਰੂ ਕਲਗੀਧਰ ਪਾਤਸ਼ਾਹ ਇਦਾਂ ਹੀ ਸਾਰਿਆਂ ਤੇ। ਸੋ ਬਿਲਕੁਲ ਸਾਰਾ ਹੈ ਪਰਿਵਾਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਕੱਤਰ ਹੋਇਆ। ਸੋ ਭਾਈ ਦਲਬੀਰ ਸਿੰਘ ਜੀ, ਤੁਹਾਡਾ ਸਾਰਾ ਪਰਿਵਾਰ ਹੀ ਬੜਾ ਚੜ੍ਹਦੀ ਕਲਾ ਵਾਲਾ ਸੰਗਤਾਂ ਦੇਖ ਰਹੀਆਂ ਨੇ ਇਸ ਵਕਤ। ਗੁਰਮੁਖ ਪਰਿਵਾਰ ਹੈ ਤੇ ਤੁਸੀਂ ਬਕਾਇਦਾ ਤੌਰ ਤੇ ਇਸ ਚੀਜ਼ ਦਾ ਸਬੂਤ ਵੀ ਦਿੱਤਾ ਇਸ ਸਮੇਂ ਦੇ ਦੌਰਾਨ ਕਿ ਤੁਸੀਂ ਆਪਣੇ ਗੁਰੂ ਦੇ ਭਰੋਸੇ ਤੇ ਆਪਣਾ ਸਮਾਂ ਬਤੀਤ ਕੀਤਾ। ਤੇ ਹੁਣ ਸਾਰੇ ਇਕੱਠੇ ਬੈਠੇ ਹੋ ਤੇ ਮੈਂ ਸਮਝਦਾ ਕਿ ਗੁਰੂ ਬਾਜਾਂ ਵਾਲੇ ਦਾ ਕੋਈ ਸ਼ੁਕਰਾਨਾ ਕੋਈ ਸ਼ਬਦ ਦੇ ਰਾਹੀਂ ਤੁਸੀਂ ਸਾਰੇ ਇਕੱਠੇ ਹੀ ਇਸ ਵਕਤ ਕਰਦੇ ਤੇ ਸੰਗਤਾਂ ਦਾ ਵੀ ਮਨ ਖੁਸ਼ ਹੁੰਦਾ, ਕਿਉਂਕਿ ਹਜ਼ੂਰ ਸਾਹਿਬ ਤੋਂ ਆਈਆਂ ਸੰਗਤਾਂ, ਤੁਸੀਂ ਹਜ਼ੂਰ ਸਾਹਿਬ ਤੋਂ ਆਈਆਂ ਸੰਗਤਾਂ ਤੋਂ ਸੰਗਤਾਂ ਪ੍ਰਸ਼ਾਦ ਲੈਂਦੀਆਂ ਹੁੰਦੀਆਂ ਸੀ, ਪਰ ਐਰਕਾ ਮਾਹੌਲ ਥੋੜ੍ਹਾ ਜਿਹਾ ਇਵੇਂ ਦਾ ਬਣ ਗਿਆ। ਸੋ ਅਸੀਂ ਚਾਹਾਂਗੇ ਕਿ ਤੁਸੀਂ ਹੁਣ ਜੋ ਹੈ ਇੱਕ ਸ਼ਬਦ ਦੇ ਰਾਹੀਂ ਸੰਗਤਾਂ ਦੇ ਨਾਲ ਆਪਣਾ ਜੋ ਪਿਆਰ ਹੈ ਉਹ ਸਾਂਝਾ ਕਰਦੇ। ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ, ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ, ਉਹ ਜਦੋਂ ਮੇਰੀ ਜਾਨ ਨਿਕਲੇ ਜੀ, ਜਦੋਂ ਮੇਰੀ ਜਾਨ ਨਿਕਲੇ, ਹਾਂ ਜਦੋਂ ਮੇਰੀ ਜਾਨ ਨਿਕਲੇ, ਲਾੜ ਲੱਗਿਆ ਗੁਰੂ ਜੀ ਤੇਰੇ, ਲਾੜ ਲੱਗਿਆ ਗੁਰੂ ਜੀ ਤੇਰੇ, ਉਹ ਪੱਲੇ ਨਾਲ ਲਾਈ ਰੱਖਿਓ ਜੀ, ਪੱਲੇ ਨਾਲ ਲਾਈ ਰੱਖਿਓ, ਪੱਲੇ ਨਾਲ ਲਾਈ ਰੱਖਿਓ, ਤੇਰੇ ਦਰ ਤੋਂ ਬਿਨਾ ਨੀ ਦਰ ਕੋਈ, ਤੇਰੇ ਦਰ ਤੋਂ ਬਿਨਾ ਨੀ ਦਰ ਕੋਈ, ਮੈਂ ਕਿਹੜੇ ਦਰ ਜਾਵਾਂ ਮਾਲਕਾ, ਮੈਂ ਕਿਹੜੇ ਦਰ ਜਾਵਾਂ ਮਾਲਕਾ, ਮੈਂ ਕਿਹੜੇ ਦਰ ਜਾਵਾਂ ਮਾਲਕਾ ਜੀ, ਮੈਂ ਟੱਪਿਆ ਦੁਆਰੇ ਤੇਰੇ ਜੀ, ਮੈਂ ਟੱਪਿਆ ਦੁਆਰੇ ਤੇਰੇ, ਲਾਜਾਂ ਰੱਖੀ ਬਾਜਾਂ ਵਾਲਿਆ ਜੀ, ਲਾਜਾਂ ਰੱਖੀ ਬਾਜਾਂ ਵਾਲਿਆ ਜੀ, ਲਾਜਾਂ ਰੱਖੀ ਬਾਜਾਂ ਵਾਲਿਆ। ਵਾਹ ਜੀ ਵਾਹ ਜੀ, ਮੈਂ ਢਹਿ ਪਿਆ ਦੁਆਰੇ ਤੇਰੇ, ਲਾਜਾਂ ਰੱਖੀ ਬਾਜਾਂ ਵਾਲਿਆ। ਸੋ ਗੁਰੂ ਬਾਜਾਂ ਵਾਲੇ ਨੇ ਲਾਜ ਰੱਖੀ ਹੈ ਆਪਣੀਆਂ ਸੰਗਤਾਂ ਦੀ, ਕਿਉਂਕਿ ਕੁੱਲ ਸਿੱਖ ਜਗਤ ਦਾ ਇੱਕ ਬੜਾ ਵੱਡਾ ਮੈਂ ਸਮਝਦਾ ਤੂੰ ਪਰਬਤ ਮੇਰਾ ਓਲਾ ਰਾਮ, ਸਾਡੇ ਤਖਤ, ਸਾਡੇ ਗੁਰੂ ਘਰ, ਸਾਡੇ ਗੁਰਸਥਾਨ ਜਿਹੜੇ ਨੇ ਸਾਡੀ ਓਟ ਆਸਰਾ ਹੈ, ਸਾਡੀ ਜ਼ਿੰਦ ਜਾਨ ਹੈ। ਸੋ ਗੁਰੂ ਸਾਹਿਬ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਸੌਖੀ ਘੜੀ ਦੇ ਵਿੱਚ ਸੰਗਤਾਂ ਨੂੰ ਤੰਦਰੁਸਤੀਆਂ ਬਖਸ਼ੀਆਂ, ਘਰੋਂ ਘਰੀ ਪਹੁੰਚੀਆਂ ਨੇ ਸੰਗਤਾਂ। ਸੋ ਇਹ ਪਰਿਵਾਰ ਵੀ ਜਿਹੜਾ ਹੁਣ ਗੁਰੂ ਸਾਹਿਬ ਜੀ ਦੀ ਮਿਹਰ ਦੇ ਨਾਲ ਘਰੇ ਪਹੁੰਚਿਆ ਤੇ ਹੁਣ ਤੰਦਰੁਸਤ ਹੋ ਗਏ ਗੁਰੂ ਸਾਹਿਬ ਜੀ ਦੀ ਮਿਹਰ ਦੇ ਨਾਲ। ਅਜੇ ਵੀ ਕਈ ਜਗ੍ਹਾ ਤੇ ਦਲਬੀਰ ਸਿੰਘ ਕੁਛ ਪੇਸ਼ੈਂਟ ਅਜੇ ਵੀ ਅੰਡਰ ਟਰੀਟਮੈਂਟ ਨੇ, ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ? ਅਜੇ ਪੰਜਾਬ 'ਚ ਵੀ ਕਈ ਪੇਸ਼ੈਂਟ ਅੰਡਰ ਟਰੀਟਮੈਂਟ ਚੱਲਦੇ ਪਏ ਨੇ। ਬਿਲਕੁਲ, ਉਹਨਾਂ ਵਾਸਤੇ ਇੱਕ ਇਹੀ ਸੁਨੇਹਾ ਵਾ ਕਿ ਬਸ ਰੱਬ ਤੇ ਭਰੋਸੇ ਰਹਿਣ, ਉਹਨਾਂ ਦਾ ਜਸ ਕਰਦੇ ਰਹਿਣ ਕਿ ਫਿਰ ਉਹਨਾਂ ਦੀ ਰਿਪੋਰਟ ਰੱਬ ਆਪ ਹੀ ਨੈਗੇਟਿਵ ਕਰੇਗਾ। ਬਸ ਉਸ ਦਾ ਭਰੋਸਾ ਰੱਖੇ ਰੱਬ ਤੇ ਭਾਜੀ, ਕੁਛ ਨਹੀਂ ਹੁੰਦਾ ਬੰਦੇ ਨੂੰ, ਕਿਉਂਕਿ ਭੇਜਣ ਵਾਲਾ ਵੀ ਉਹ ਆਪ ਆ ਤੇ ਖੜਨ ਵਾਲਾ ਵੀ ਉਹ ਆਪ ਆ। ਬਸ ਭਰੋਸਾ ਬੰਦੇ ਦਾ ਹੋਵੇ ਤੇ ਕੁਛ ਨਹੀਂ ਹੋ ਸਕਦਾ। ਉਹਨਾਂ ਇਹੀ ਸੁਣਾਇਆ ਕਿ ਆਪਣਾ ਚੜ੍ਹਦੀ ਕਲਾ 'ਚ ਹੀ ਰਹਿਣ, ਕਿ ਆਪਣਾ ਕੀਰਤਨ ਜਸ ਕਰਨ, ਆਪਣੇ ਇੱਕ ਰੂਮ 'ਚ ਰਹਿ ਕੇ ਤੇ ਚੜ੍ਹਦੀ ਕਲਾ ਘਰਾਂ ਵਿੱਚ ਵਾਪਸ ਆਣ। ਉਹ ਵੀ ਸੋ ਮਹਾਰਾਜ ਦੀ ਮਿਹਰ ਨਾਲ ਤੁਹਾਨੂੰ ਤੰਦਰੁਸਤੀ ਜਿੱਥੇ ਪ੍ਰਾਪਤ ਹੋਈ, ਉੱਥੇ ਸਾਡੇ ਨਾਲ ਸੰਪਰਕ 'ਚ ਕੁਝ ਐਸੇ ਪੇਸ਼ੈਂਟ ਆਏ ਨੇ ਦਿੱਲੀ ਤੋਂ ਜਿਹੜੇ ਕਿ ਥੋੜ੍ਹੇ ਸੀਰੀਅਸ ਨੇ, ਉਹਨਾਂ ਨੂੰ ਪਲਾਜ਼ਮਾ ਦੀ ਜ਼ਰੂਰਤ ਹੈ ਕਿ ਖਾਸ ਤੌਰ 'ਤੇ ਉਹਨਾਂ ਦੇ ਬਲੱਡ ਗਰੁੱਪ ਜਿਹੜੇ ਨੇ ਉਹ ਤੁਹਾਡੇ ਨਾਲ ਵੀ ਮੈਚ ਕਰਦੇ ਨੇ
ਤੇ ਜੇ ਤੁਹਾਡੇ ਤੱਕ ਕੋਈ ਅਪਰੋਚ ਕਰਦਾ ਹੈ ਇਸ ਢੰਗ ਦੇ ਨਾਲ ਕਿ ਤੁਹਾਡੇ ਪਲਾਜ਼ਮਾ ਦੇ ਨਾਲ, ਤੁਹਾਡੇ ਖੂਨ ਦੇ ਨਾਲ ਜੇ ਕਿਸੇ ਨੂੰ ਤੰਦਰੁਸਤੀ ਮਿਲਦੀ ਹੈ ਤੇ ਤੁਸੀਂ ਇਹ ਸੇਵਾ ਕਰਨੀ ਚਾਹੋਗੇ, ਉਹਨਾਂ ਨੂੰ ਡੋਨੇਟ ਕਰਨਾ ਚਾਹੋਗੇ ਪਲਾਜ਼ਮਾ? ਜੀ ਭਾਈ ਬਿਲਕੁਲ ਜ਼ਰੂਰ ਅਸੀਂ ਕਰਨਾ ਚਾਹੁੰਦੇ ਹਾਂ ਕਿ ਸਾਨੂੰ ਅਜੇ ਤੱਕ ਸਾਡੇ ਨਾਲ ਕਿਸੇ ਨਾਲ ਕੰਟੈਕਟ ਨਹੀਂ ਹੋਇਆ, ਪਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਲ ਜ਼ਰੂਰ ਕੰਟੈਕਟ ਕਰੇ। ਅਸੀਂ ਡੋਨੇਟ ਕਰਨ ਨੂੰ ਤਿਆਰ ਹਾਂ, ਜਦੋਂ ਮਰਜ਼ੀ ਉਹ ਕਹਿਣ ਅਸੀਂ ਪਹੁੰਚ ਜਾਾਂਗੇ, ਅਸੀਂ ਡੋਨੇਟ ਕਰਨ ਲਈ ਤਿਆਰ ਬੈਠੇ ਹਾਂ। ਸੋ ਬਿਲਕੁਲ ਮੈਂ ਸਮਝਦਾ ਕਿ ਇਹ ਬਹੁਤ ਚੜ੍ਹਦੀ ਕਲਾ ਵਾਲਾ ਗੁਰਸਿੱਖ ਪਰਿਵਾਰ ਆ। ਵੇਖੋ ਤੰਦਰੁਸਤੀ ਤੋਂ ਤੰਦਰੁਸਤੀ ਜੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਵੰਡੀ ਜਾਏ ਤੇ ਇਹ ਵੀ ਬੜਾ ਵੱਡਾ ਇੱਕ ਸੇਵਾ ਹੋਏਗੀ, ਜਿੱਥੇ ਸਿੱਖ ਕੌਮ ਨੇ ਪੂਰੇ ਵਿਸ਼ਵ ਦੇ ਵਿੱਚ ਲੰਗਰ ਲਗਾਏ ਹੋਏ ਨੇ, ਵੱਖ-ਵੱਖ ਥਾਵਾਂ ਤੇ ਸੇਵਾਵਾਂ ਚੱਲਦੀਆਂ ਪਈਆਂ ਨੇ। ਉੱਥੇ ਜਿਹੜੇ ਤੰਦਰੁਸਤ ਹੋਏ ਮਰੀਜ਼ ਨੇ, ਜੇ ਉਹਨਾਂ ਦੇ ਪਲਾਜ਼ਮਾ ਦੇ ਨਾਲ ਕੋਈ ਸੀਰੀਅਸ ਮਰੀਜ਼ ਜਿਹੜਾ ਉਹਨੂੰ ਜੀਵਨ ਦਾਨ ਮਿਲੇ ਤਾਂ ਮੈਂ ਸਮਝਦਾ ਇਹ ਵੀ ਇੱਕ ਬੜੀ ਵੱਡੀ ਸੇਵਾ ਹੋਏਗੀ, ਜਿਹਦੇ ਵਾਸਤੇ ਕਿ ਸਾਡਾ ਇਹ ਵੀਰ ਦਲਬੀਰ ਸਿੰਘ ਇਹ ਤਿਆਰ ਹੈ। ਸੋ ਮੈਂ ਸਮਝਦਾ ਕਿ ਐਸੇ ਗੁਰਸਿੱਖ ਪਰਿਵਾਰ ਜਿਨ੍ਹਾਂ ਦੇ ਉੱਤੇ ਗੁਰੂ ਕਲਗੀਧਰ ਪਾਤਸ਼ਾਹ ਦੀ ਪੂਰੀ ਮਿਹਰ ਹੈ, ਉਹਨਾਂ ਦੇ ਨਾਲ ਅਸੀਂ ਆਪ ਸੰਗਤਾਂ ਦੇ ਵਿਚਾਰ ਜਿਹੜੇ ਨੇ ਉਹ ਸਾਂਝੇ ਕਰਵਾਏ। ਸੋ ਇਹਨਾਂ ਨੇ ਸੁਨੇਹਾ ਹੀ ਬੜੀ ਚੜ੍ਹਦੀ ਕਲਾ ਦਾ ਦਿੱਤਾ। ਸੋ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਨਾਮ ਦੇ ਉੱਪਰ ਜਿਵੇਂ ਜਿਸ ਢੰਗ ਦੇ ਨਾਲ ਇਹ ਪਰਿਵਾਰ ਜੁੜਿਆ ਹੋਇਆ ਤੇ ਜਿਸ ਭਰੋਸੇ ਦੇ ਨਾਲ, ਭਰੋਸੇ ਦੀ ਮੈਂ ਸਮਝਦਾ ਇਹ ਜਿੱਤ ਹੋਈ ਹੈ, ਕਿਉਂਕਿ ਇਹ ਭਰੋਸਾ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਕਮਲਾਂ ਦਾ ਸੀ ਤੇ ਤੇਰਾ ਭਰੋਸੇ ਪਿਆਰੇ ਮੈਂ ਲਾਡ ਲਡਾਇਆ। ਸੋ ਉਹ ਭਰੋਸਾ ਸਤਿਗੁਰੂ ਪਾਤਸ਼ਾਹ ਨੇ ਵੱਡਾ ਕੀਤਾ। ਸੋ ਅਖੀਰ ਦੇ ਵਿੱਚ ਸਾਰੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਤੁਹਾਨੂੰ ਸੁਣਦੀਆਂ ਪਈਆਂ ਨੇ, ਸਭ ਦੇ ਮਨਾਂ 'ਚ ਖੁਸ਼ੀ ਹੋਏਗੀ ਕਿ ਹਜ਼ੂਰ ਸਾਹਿਬ ਦੀਆਂ ਸੰਗਤਾਂ ਰਿਕਵਰ ਹੋਈਆਂ ਨੇ। ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਅਸੀਂ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਚਾਹੁੰਦੇ ਹਾਂ ਜਿਹੜੇ ਸਾਡੇ ਲਈ ਅਰਦਾਸ ਬੇਨਤੀਆਂ ਸਾਰੀ ਸੰਗਤ ਵਾਸਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀਆਂ ਜੋ ਕਰਦੇ ਪਏ, ਉਹਨਾਂ ਦਾ ਅਸੀਂ ਦਿਲੋਂ ਧੰਨਵਾਦ ਅਸੀਂ ਕਰਨਾ ਚਾਹੁੰਦੇ ਉਹਨਾਂ ਦਾ। ਉਹਨਾਂ ਦੀਆਂ ਅਸੀਸਾਂ ਕਰਕੇ ਹੀ ਅੱਜ ਅਸੀਂ ਇੱਥੇ ਹਾਂ। ਸੋ ਬਿਲਕੁਲ ਸਾਰੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਦੁਆਵਾਂ ਕੀਤੀਆਂ ਤੇ ਹੋਰ ਵੀ ਜਿਨ੍ਹਾਂ ਨੂੰ ਦੁਆਵਾਂ ਦੀ ਲੋੜ ਆ, ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਗੁਰੂ ਦੀਆਂ ਸੰਗਤਾਂ ਇਵੇਂ ਹੀ ਦੁਆਵਾਂ ਕਰਨ, ਅਸੀਂ ਸਾਰੇ ਹੀ ਉਸ ਸੱਚੇ ਮਾਲਕ ਦੇ ਰੱਬ ਦੇ ਚਰਨਾਂ ਕਮਲਾਂ ਦੇ ਨਾਲ ਜੁੜੇ ਰਹੀਏ। ਸੋ ਇੱਥੇ ਹੀ ਤੁਹਾਡਾ ਵੀ ਧੰਨਵਾਦ ਕਰਦੇ, ਫਤਿਹ ਅਰਜ਼ ਕਰਦੇ ਆਗਿਆ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਵੇਂ ਕਿ ਆਪਾਂ ਜਾਣਿਆ ਦਲਬੀਰ ਸਿੰਘ ਹੋਰਾਂ ਪਾਸੋਂ ਤੇ ਸਾਰੇ ਪਰਿਵਾਰ ਪਾਸੋਂ ਕਿ ਸਾਰੇ ਤੰਦਰੁਸਤ ਹੋ ਕੇ ਸੰਗਤਾਂ ਜਿਹੜੀਆਂ ਘਰੋਂ ਘਰੀ ਜਾ ਰਹੀਆਂ ਨੇ, ਬੜੀ ਖੁਸ਼ੀ ਦਾ ਮਾਹੌਲ ਹੈ। ਇਸ ਵਕਤ ਸਾਡੇ ਨਾਲ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਜੁੜ ਚੁੱਕੇ ਨੇ, ਸੀਨੀਅਰ ਕੈਬਨਿਟ ਮੰਤਰੀ ਪੰਜਾਬ ਦੇ, ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ। ਗੁਰਦਾਸਪੁਰ ਤੇ ਅੰਮ੍ਰਿਤਸਰ ਇਸ ਇਲਾਕੇ ਦੇ ਵਿੱਚ ਵਿਸ਼ੇਸ਼ ਰੂਪ ਦੇ ਵਿੱਚ ਸੰਗਤਾਂ ਤੰਦਰੁਸਤ ਹੋ ਕੇ ਘਰਾਂ ਨੂੰ ਜਾ ਰਹੀਆਂ ਨੇ। ਸੋ ਬਾਜਵਾ ਸਾਹਿਬ, ਅਸੀਂ ਚਾਹਾਂਗੇ ਕਿ ਇਸ ਪ੍ਰਥਾ ਤੁਸੀਂ ਵੀ ਆਪਣੇ ਵੱਲੋਂ ਕੁਝ ਵਿਚਾਰ ਸਾਂਝੇ ਕਰਦੇ। ਇਹ ਜੋ ਹਜ਼ੂਰ ਸਾਹਿਬ ਤੋਂ ਸੰਗਤ ਆਈ ਸੀ ਤੇ ਹੁਣ ਉਹਨਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਹਜ਼ੂਰ ਸਾਹਿਬ ਤੋਂ ਸੰਗਤ ਆਈ ਸੀਗੀ ਜੀ, ਉਹਨਾਂ ਚ ਕੁਝ ਭਰਾ ਜਿਹੜੇ ਸਨ ਉਹ ਕਰੋਨਾ ਦੇ ਨਾਲ ਪੀੜਤ ਸਨ, ਪੋਜ਼ਿਟਿਵ ਆ ਗਏ ਸਨ ਜੀ। ਪਰ ਅਕਾਲ ਪੁਰਖ ਦੀ ਕਿਰਪਾ ਨਾਲ, ਮਹਾਰਾਜ ਦੀ ਮਿਹਰ ਨਾਲ, ਸਰਕਾਰ ਦੀ ਹਿੰਮਤ ਨਾਲ, ਡਾਕਟਰਾਂ ਦੀ ਸੇਵਾ ਨਾਲ, ਲੋਕਾਂ ਦੀ ਪੁਰਜੋਰ ਸਾਂਝੀ ਸੇਵਾ ਨਾਲ ਉਹ ਅੱਜ ਠੀਕ ਹੋ ਕੇ ਘਰੋਂ ਘਰੀ ਜਾ ਰਹੇ ਨੇ। ਜੀ, ਬੜਾ ਖੁਸ਼ੀ ਦਾ ਸਮਾਂ ਵਾ। ਮਹਾਰਾਜ ਉਹਨਾਂ ਨੂੰ ਤੰਦਰੁਸਤੀਆਂ ਬਖਸ਼ੇ, ਘਰੋਂ ਘਰੀ ਆਪਣੇ ਸੁਖੀ ਵਸਣ ਤੇ ਅਗਲੀ ਜ਼ਿੰਦਗੀ ਚ ਸ਼ੁਰੂ ਕਰਨ। ਜੀ। ਤੇ ਬਾਜਵਾ ਸਾਹਿਬ, ਮੌਜੂਦਾ ਕਿਵੇਂ ਦੇ ਤੁਸੀਂ ਦੇਖਦੇ ਪਏ ਹੋ, ਕਿਉਂਕਿ ਹੁਣ ਲਗਭਗ ਚੌਥਾ ਚਰਨ ਜਿਹੜਾ ਉਹ ਸ਼ੁਰੂ ਹੋਣਾ ਹੈ ਲਾਕਡਾਊਨ ਦਾ, ਤੇ ਅੱਗੇ ਨਾਲੋਂ ਬਹੁਤ ਠੀਕ ਹੈ। ਅਸੀਂ ਮੰਡੀਆਂ ਚਲਾਈਆਂ ਨੇ, ਇੰਨੀ ਕਣਕ ਖਰੀਦੀ ਆ, ਅਕਾਲ ਪੁਰਖ ਦੀ ਮਿਹਰ ਰਹੀ ਆ, ਕੋਈ ਐਸੀ ਕੋਈ ਗੱਲ ਨਹੀਂ ਹੋਈ, ਕੋਈ ਨਵਾਂ ਮਰੀਜ਼ ਨਹੀਂ ਆਇਆ ਜੀ। ਤੇ ਹੁਣ ਝੋਨੇ ਦੀ ਲਗਾਈ ਸਾਰਾ ਕੰਮ ਸ਼ੁਰੂ ਹੋਣਾ ਵਾ ਜੀ। ਤੇ ਮਿਹਰ ਅਕਾਲ ਪੁਰਖ ਦੀ, ਈਸ਼ਵਰ ਦੀ ਮਿਹਰ ਆ, ਸਾਰਾ ਕੁਝ ਠੀਕ ਚੱਲ ਰਿਹਾ। ਮਰੀਜ਼ ਵੀ ਘਟੇ ਨੇ, ਬੜੇ ਠੀਕ ਹੋ ਕੇ ਘਰਾਂ ਜਾ ਰਹੇ ਨੇ। ਮੇਰਾ ਖਿਆਲ ਹੁਣ ਗੁਰਦਾਸਪੁਰ ਜ਼ਿਲ੍ਹੇ 'ਚ ਸਿਰਫ 5 ਮਰੀਜ਼ ਰਹਿ ਗਏ ਨੇ, ਬਾਕੀ ਸਾਰੇ ਘਰੋਂ ਘਰੀ ਭੇਜ ਦਿੱਤੇ ਨੇ ਜੀ। ਤੇ ਸਾਰੇ ਪੰਜਾਬ 'ਚ ਲਹਿਰ ਚੱਲਦੀ ਹੈ, ਬਹੁਤ ਮਿਹਰ ਹੋ ਰਹੀ ਹੈ। ਸੋ ਮੈਨੂੰ ਆਸ ਹੈ ਵੀ ਅਕਾਲ ਪੁਰਖ ਹਿੰਦੁਸਤਾਨ ਤੇ ਪੰਜਾਬ ਤੇ ਮਿਹਰ ਰੱਖੇਗਾ ਕਿ ਇਹ ਬਿਮਾਰੀ ਤੋਂ ਅਸੀਂ ਬਚੇ ਰਹਾਂਗੇ। ਜੀ ਬਿਲਕੁਲ ਬਾਜਵਾ ਸਾਹਿਬ, ਤੁਹਾਡਾ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ। ਸੋ ਸਾਡੇ ਨਾਲ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੀਨੀਅਰ ਕੈਬਨਿਟ ਮੰਤਰੀ ਪੰਜਾਬ, ਉਹਨਾਂ ਨੇ ਸਾਂਝ ਕੀਤੀ ਹੈ ਕਿ ਲਗਭਗ ਸਾਰੇ ਪੰਜਾਬ ਦੇ ਵਿੱਚ ਹੀ ਪੇਸ਼ੈਂਟ ਜਿਹੜੇ ਨੇ ਉਹਨਾਂ ਦੀ ਗਿਣਤੀ ਕਾਫੀ ਘਟੀ ਹੈ। ਜਿਹੜੇ ਖਾਸ ਤੌਰ ਤੇ ਹਜ਼ੂਰ ਸਾਹਿਬ ਤੋਂ ਸੰਗਤਾਂ ਆਈਆਂ ਸੀ ਉਹ ਤੰਦਰੁਸਤ ਹੋ ਕੇ ਘਰੋਂ ਘਰੀ ਜਿਹੜੀਆਂ ਨੇ ਉਹ ਜਾ ਰਹੀਆਂ ਨੇ,
ਜੋ ਕਿ ਇੱਕ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੜੀ ਵੱਡੀ ਰਹਿਮਤ, ਪ੍ਰਤੱਖ ਰਹਿਮਤ ਵਰਤ ਰਹੀ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਸਭ ਤੇ ਇਵੇਂ ਹੀ ਕਿਰਪਾ ਕਰ। ਇਸ ਵਕਤ ਸਾਡੇ ਨਾਲ ਬਾਬਾ ਨਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਜੁੜ ਚੁੱਕੇ ਨੇ। ਸੋ ਉਹਨਾਂ ਤੋਂ ਇਸ ਪ੍ਰਥਾਈ ਕੁਝ ਬਚਨ ਸਰਵਣ ਕਰਦੇ ਹਾਂ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਪਿਆਰੋ। ਸੋ ਸੰਗਤਾਂ ਤੰਦਰੁਸਤ ਹੋ ਕੇ ਘਰਾਂ ਨੂੰ ਜਾ ਰਹੀਆਂ ਨੇ ਜੀ, ਸਾਰੇ ਜ਼ਿਲ੍ਹਿਆਂ ਤੋਂ ਹੀ। ਗੁਰਦਾਸਪੁਰ ਜ਼ਿਲ੍ਹੇ 'ਚ ਵੀ, ਅੰਮ੍ਰਿਤਸਰ ਵੀ, ਸਾਰੇ ਪਾਸੇ ਗੁਰੂ ਸਾਹਿਬ ਦੀ ਮਿਹਰ ਦੇ ਨਾਲ ਸਾਰੇ ਤੰਦਰੁਸਤ ਹੋਏ ਨੇ। ਤੁਸੀਂ ਇਸ ਮੌਕੇ ਤੇ ਕੀ ਕਹਿਣਾ ਚਾਹੋਗੇ ਜੀ ਸੰਗਤਾਂ ਨੂੰ? ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਬੇਨਤੀ ਏਦਾਂ, ਇੱਥੇ ਸਾਡੇ ਕੋਲੇ 1.5 ਮਹੀਨਾ ਸੰਗਤ ਰਹੀ ਆ ਜੀ, ਬੜੀ ਖੁਸ਼ੀ ਦੇ ਚਾਅ ਦੇ ਨਾਲ। ਲਾਕਡਾਊਨ ਵੀ ਹੋਇਆ, ਉਸ ਕਾਨੂੰਨ ਨੂੰ ਵੀ ਪਾਲਣਾ ਕੀਤੀ ਸਾਰੀਆਂ ਸੰਗਤਾਂ ਨੇ। ਕਾਨੂੰਨ ਦੇ ਦਾਇਰੇ ਵਿੱਚ ਰਹਿ ਕਰਕੇ ਇੱਥੇ ਸਾਰਾ ਹੀ 1.5 ਮਹੀਨਾ ਵਕੀਲ ਗੁਰੂ ਕੀ ਸੰਗਤ ਨੇ ਕੀਤਾ। ਫਿਰ ਪੰਜਾਬ ਸਰਕਾਰ ਨੇ ਬੱਸਾਂ ਭੇਜੀਆਂ, ਜੀ, ਸੈਂਟਰ ਸਰਕਾਰ ਨੇ ਪਰਮਿਸ਼ਨ ਦਿੱਤੀ, ਪੰਜਾਬ ਸਰਕਾਰ ਨੇ ਵੀ, ਮਹਾਰਾਸ਼ਟਰ ਸਰਕਾਰ ਨੇ ਵੀ। ਅਸੀਂ ਇਹਨਾਂ ਸਰਕਾਰਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪਰਮਿਸ਼ਨ ਦੇ ਕੇ ਬੱਸਾਂ ਭੇਜ ਕੇ ਸੰਗਤ ਮੰਗਾਈ ਹੈ ਜੀ। ਕਿਉਂਕਿ ਬਾਕੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ 3 ਵੇਰ ਇਹਨਾਂ ਸਾਰੀਆਂ ਸੰਗਤਾਂ ਦੀ ਚੈੱਕਅਪ ਹੋਈ ਸੀ। ਇੱਥੋਂ ਅਸੀਂ ਆਪਣੇ ਹੱਥੀਂ ਸਾਰੀ ਸੰਗਤ ਨੂੰ ਦਿਖਾਇਆ ਵਾ। ਬੜੇ ਚਾਅ ਤੇ ਖੁਸ਼ੀ ਦੇ ਨਾਲ ਸਾਰੀਆਂ ਸੰਗਤਾਂ ਇੱਥੋਂ ਗਈਆਂ ਸੀ ਜੀ। ਔਰ ਅੱਗੇ ਕੀ ਹੋਇਆ ਕੀ ਨਹੀਂ, ਇਹ ਗੁਰੂ ਜਾਣਦਾ ਜਾਂ ਪਰਮੇਸ਼ਰ ਸਾਰੀ। ਤੇ ਇੱਥੋਂ ਭਾਵ ਕਿ ਇੱਥੋਂ ਬਿਲਕੁਲ ਸਹੀ ਸਲਾਮਤ ਗਏ ਆ। ਔਰ ਇਹਨਾਂ ਨੂੰ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਰੱਖਿਆ ਗਿਆ ਸੀ। ਔਰ ਸਾਨੂੰ ਵੀ ਉਸ ਸੰਗਤਾਂ ਦੇ ਕਈ ਮੁਸ਼ਕਿਲਾਂ ਵੀ ਸੰਗਤਾਂ ਨੂੰ ਪੰਜਾਬ ਜਾ ਕੇ ਆਈਆਂ। ਤੇ ਕਹਿਣ ਤੋਂ ਭਾਵ ਕਿ ਹੁਣ ਇਸ ਟਾਈਮ ਤੇ ਜਦੋਂ ਸੰਗਤ ਆਪਣੇ ਘਰਾਂ ਨੂੰ ਜਾਂਦੀ ਹੈ ਤੇ ਸਾਨੂੰ ਇੱਧਰ ਬੈਕ ਫੋਨ ਲਾਉਂਦੀ ਆ ਕਿ ਬਿਲਕੁਲ ਅਸੀਂ ਸਾਡੀ ਨੈਗੇਟਿਵ ਰਿਪੋਰਟ ਆਈ ਆ, ਸਾਨੂੰ ਕੋਈ ਬਿਮਾਰੀ ਨਹੀਂ, ਅਸੀਂ ਆਪਣੇ ਘਰਾਂ ਵਿੱਚ ਪਹੁੰਚ ਚੁੱਕੇ ਹਾਂ ਜਾਂ ਪਹੁੰਚ ਰਹੇ ਹਾਂ। ਜੀ ਜੀ। ਇਹ ਰੋਜ਼ ਹੀ ਸਾਨੂੰ ਕਾਲਾਂ ਇੱਥੇ ਆ ਰਹੀਆਂ ਨੇ। ਹਾਂਜੀ ਹਾਂਜੀ ਹਾਂਜੀ। ਕੋਈ ਬਠਿੰਡੇ ਤੋਂ ਕਾਲ ਆ ਰਹੀ ਆ, ਕੋਈ ਗੁਰਦਾਸਪੁਰ ਤੋਂ ਆ ਰਹੀ ਆ, ਕੋਈ ਅੰਮ੍ਰਿਤਸਰ ਤੋਂ ਆ ਰਹੀ ਆ, ਬਿਲਕੁਲ ਜੀ, ਕੋਈ ਜਲੰਧਰ ਤੋਂ ਆ ਰਹੀ ਹੈ, ਇਸੇ ਤਰ੍ਹਾਂ ਹੀ ਯਾਨੀ ਕਿ ਕੋਈ ਮੋਗੇ ਤੋਂ ਆ ਰਹੀ ਆ। ਵੱਖ-ਵੱਖ ਥਾਵਾਂ ਤੋਂ ਕਹਿਣ ਤੋਂ ਭਾਵ ਕਿ ਜਿੱਥੇ-ਜਿੱਥੇ ਸੰਗਤਾਂ ਠਹਿਰੀਆਂ ਹੋਈਆਂ ਸੀ ਜੀ ਜੀ, ਉਹ ਸਾਰੀਆਂ ਨੈਗੇਟਿਵ ਰਿਪੋਰਟਾਂ ਦੀ ਹੋ ਕੇ ਕਲੀਅਰ, ਔਰ ਉਹ ਆਪੋ ਆਪਣੇ ਘਰਾਂ ਦੇ ਵਿੱਚ ਜਾ ਰਹੀਆਂ ਖੁਸ਼ੀ ਦੇ ਨਾਲ। ਜੀ ਜੀ। ਅਸੀਂ ਸਾਰੀਆਂ ਸੰਗਤਾਂ ਨੂੰ ਤਾਂ ਇਹੋ ਹੀ ਬੇਨਤੀ ਕਰਾਂਗੇ ਜੀ ਕਿ ਵੱਧ ਤੋਂ ਵੱਧ ਪਰਮੇਸ਼ਰ ਦਾ ਨਾਮ ਲਾਓ, ਜੀ, ਯਾਨੀ ਕਿ ਰੱਬ ਕਰੋ ਔਰ ਗੁਰਬਾਣੀ ਪੜੋ, ਉਸ ਪਰਮੇਸ਼ਰ ਦਾ ਨਾਮ ਜਪ ਕੇ ਆਪਾਂ ਇਸ ਬਿਮਾਰੀ ਤੋਂ ਸਾਰੇ ਛੁੱਟ ਸਕਦੇ ਹਾਂ ਪੂਰੇ ਸੰਸਾਰ ਭਰ ਦੇ ਵਿੱਚ। ਔਰ ਗੁਰੂ ਮਹਾਰਾਜ ਸਾਰੀ ਸੰਗਤ ਜੀ ਸਾਰੀ ਸੰਗਤ ਦੇ ਉੱਤੇ ਕਿਰਪਾ ਰੱਖੇ। ਇੱਥੇ ਵੀ ਸੁੱਖ ਸ਼ਾਂਤੀ ਆ। ਜੋ ਕੁਝ ਹੈ ਉਹ ਸਾਰੀਆਂ ਸੰਗਤਾਂ ਨੂੰ ਪਤਾ ਅੱਜ ਦੀ ਡੇਟ ਵਿੱਚ ਕੀ ਹੋਇਆ ਜਾਂ ਕੀ ਹੋ ਰਿਹਾ। ਅਸੀਂ ਉਸ ਕਿਸੇ ਬਾਰੇ ਨਹੀਂ ਆਵਾਂਗੇ। ਕਹਿਣ ਤੋਂ ਭਾਵ ਕਿ ਗੁਰੂ ਮਹਾਰਾਜ ਕਿਰਪਾ ਕਰਨ, ਸਾਰੀ ਸੰਗਤ ਦੀ ਮਿਹਰ ਪ੍ਰੈਸ ਤੇ ਹੱਥ ਰੱਖਣ, ਗੁਰੂ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ। ਇਸ ਸਬੰਧ ਦੇ ਵਿੱਚ ਅਖੰਡ ਪਾਠਾਂ ਦੀ ਲੜੀ ਕਿਉਂ ਲਾਕਡਾਊਨ ਹੋਇਆ ਤੋਂ ਚਲਾਈ ਆ। ਅੰਦਾਜ਼ਾ 20 ਅਖੰਡ ਪਾਠ ਹੋ ਚੁੱਕੇ ਕੋਰੋਨਾ ਵਾਇਰਸ ਦੇ ਸੰਬੰਧ ਵਿੱਚ ਔਰ ਸਰਬੱਤ ਦੇ ਭਲੇ ਵਾਸਤੇ। ਅੱਜ ਵੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਮਹਾਰਾਜ ਨੇ ਹੁਕਮਨਾਮਾ ਦਿੱਤਾ ਵਾ, ਔਖੀ ਘੜੀ ਨੂੰ ਦੇਖਣ ਦੇ ਆਪਣਾ ਬਿਰਧ ਸੰਭਾਲੇ ਆਹ ਦੇ ਬਰਾਕੇ ਆਪਣੇ ਕੋਲ ਸਾਥ ਪਾਲੇ। ਇਹ ਅੱਜ ਵੀ ਹੁਕਮਨਾਮਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮੁੱਖ ਵਕਤ ਆਇਆ ਸੀ। ਗੁਰੂ ਮਹਾਰਾਜ ਦਾ ਹਰ ਪੱਖ ਤੋਂ ਖੁਲਾਸਾ ਦੇ ਰਹੇ ਹਰ ਹੁਕਮਨਾਮੇ ਦੇ ਵਿੱਚ, ਕਿਉਂਕਿ ਸੰਸਾਰ ਦੇ ਵਿੱਚ ਕੋਈ ਐਸਾ ਪਰਮੇਸ਼ਰ ਦਾ ਹੁਕਮ ਵਰਤਦਾ ਤਾਂ ਉਹਦੇ ਹੁਕਮ ਵਿੱਚ ਹੀ ਸਭ ਕੁਛ ਫਿਰ ਚਲੇ ਜਾਂਦਾ ਵਾ। ਉਹਦਾ ਭਾਣਾ ਸਮਝ ਕੇ ਆਪਾਂ ਨੂੰ ਭਾਣਾ ਮੰਨਣਾ ਚਾਹੀਦਾ। ਬਾਕੀ ਜਿੱਥੇ ਜਿੱਥੇ ਵੀ ਸੰਗਤਾਂ ਹੈਗੀਆਂ ਨੇ ਉਹ ਨਾਮ ਜਪੋ, ਗੁਰਬਾਣੀ ਪੜੋ, ਰੱਬ ਨੂੰ ਯਾਦ ਕਰੋ। ਗੁਰੂ ਮਹਾਰਾਜ ਸਾਰੇ ਸੰਕਟ ਟਾਲ ਦਿੰਦੇ ਆ। ਜਿਹੜੀਆਂ ਸਾਰੀਆਂ ਸੰਗਤਾਂ ਇੱਥੋਂ ਗਈਆਂ ਸੀ ਉਹ ਰਾਜੀ ਖੁਸ਼ੀ ਆਪਣੇ ਘਰਾਂ ਵਿੱਚ ਪਹੁੰਚ ਚੁੱਕੀਆਂ ਨੇ। ਅਸੀਂ ਸਾਰੀਆਂ ਸੰਗਤਾਂ ਨੂੰ ਘਰਾਂ ਵਿੱਚ ਪਹੁੰਚਣ ਤੇ ਵਧਾਈ ਦਿੰਦੇ ਆ ਕਿ ਜਿਹੜੇ ਸੁੱਖ ਸ਼ਾਂਤੀ ਦੇ ਨਾਲ ਆਪਣੇ ਘਰਾਂ ਵਿੱਚ ਪਹੁੰਚ ਗਏ ਆ। ਗੁਰੂ ਮਹਾਰਾਜ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ, ਸੁੱਖ ਸ਼ਾਂਤੀ ਰੱਖੇ। ਬੇਨਤੀਆਂ ਪ੍ਰਵਾਨ ਕਰਨੀਆਂ। ਅਸੀਂ ਸੰਗਤ ਦੇਵੀ ਦਾ ਵੀ ਧੰਨਵਾਦ ਕਰਦੇ ਹਾਂ ਇਹਨਾਂ ਨੇ ਆਪ ਜੀ ਤੱਕ ਸਾਰੇ ਵਚਨ ਪਹੁੰਚਾਉਣ ਲਏ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਫਤਿਹ। ਸੋ ਸਾਡੇ ਨਾਲ ਬਾਬਾ ਨਿੰਦਰ ਸਿੰਘ ਜੀ ਹਜ਼ੂਰ ਸਾਹਿਬ ਲੰਗਰਾਂ ਵਾਲੇ, ਬਾਬਾ ਨਿਦਾਨ ਸਿੰਘ ਜੀ ਦੇ ਪਾਵਨ ਪਵਿੱਤਰ ਸਥਾਨ ਤੋਂ, ਜਿੱਥੋਂ ਕਿ ਇਹ ਸੰਗਤ ਸਾਰੀ, ਜਿੱਥੇ ਇਹਨਾਂ ਦੀ ਸਾਰੀ ਟਹਿਲ ਸੇਵਾ ਹੁੰਦੀ ਸੀ, ਉੱਥੋਂ ਹੀ ਸੰਗਤਾਂ ਵਾਪਸ ਆਈਆਂ
ਤੇ ਹੁਣ ਆਪਾਂ ਦੇਖਿਆ ਇਹ ਸਾਰਾ ਕਿ ਗੁਰੂ ਸਾਹਿਬ ਦੀ ਮਿਹਰ ਦੇ ਨਾਲ ਸੰਗਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ, ਕਿਤੇ ਵਿਰਲੇ ਟਾਵੇਂ ਥੋੜੇ ਕੇਸ ਰਹਿ ਗਏ ਨੇ, ਉਹ ਵੀ ਸਤਿਗੁਰੂ ਕਿਰਪਾ ਕਰਨਗੇ, ਤੰਦਰੁਸਤੀਆਂ ਬਖਸ਼ਣ। ਸੋ ਤੰਦਰੁਸਤ ਹੋ ਕੇ ਘਰ ਘਰੀ ਪਹੁੰਚ ਰਹੀਆਂ ਨੇ। ਸੋ ਗੁਰੂ ਸਾਹਿਬ ਦੀ ਇਹ ਮੈਂ ਸਮਝਦਾ ਕਿ ਪ੍ਰਤੱਖ ਮਿਹਰ, ਰਹਿਮਤ, ਕਿਰਪਾ ਜਿਹੜੀ ਆ ਉਹ ਵਰਤ ਰਹੀ ਹੈ। ਜੇਕਰ ਆਪਾਂ ਡਾਟੇ ਦੀ ਗੱਲ ਕਰੀਏ ਤੇ ਸਾਡੇ ਸਾਹਮਣੇ ਇੱਕ ਗੱਲ ਇੱਥੇ ਆਉਂਦੀ ਹੈ, ਕਿਉਂਕਿ ਦੁਨੀਆ ਭਰ ਦੇ ਵਿੱਚ ਜੋ ਕਰੀਬ 45,51,000 ਜਿਹੜੇ ਪੇਸ਼ੈਂਟ ਨੇ ਉਹ ਇਸ ਬਿਮਾਰੀ ਤੇ ਗ੍ਰਸਤ ਦੇ ਵਿੱਚ ਨੇ। 17,19,000 ਜਿਹੜੇ ਨੇ ਉਹ ਇਹਦੇ ਵਿੱਚੋਂ ਰਿਕਵਰ ਹੋਏ ਨੇ ਤੇ ਕਰੀਬ 3,04,000 ਜਿਹੜੀਆਂ ਨੇ ਮੌਤਾਂ ਹੋ ਚੁੱਕੀਆਂ ਨੇ ਦੁਨੀਆ ਭਰ ਦੇ ਵਿੱਚ। ਤੇ ਇਸ ਦੇ ਪਰਥਾਏ ਜੇਕਰ ਅਸੀਂ ਦੇਖੀਏ ਤੇ ਹਿੰਦੁਸਤਾਨ ਦੇ ਵਿੱਚ 82,000 ਦੇ ਕਰੀਬ ਜਿਹੜੇ ਨੇ ਪੇਸ਼ੈਂਟ ਮੌਜੂਦ ਨੇ। ਇਹਨਾਂ ਦੇ ਵਿੱਚੋਂ 28,600 ਦੇ ਕਰੀਬ ਜਿਹੜੇ ਨੇ ਉਹ ਰਿਕਵਰ ਕੀਤੇ ਨੇ, ਜਦਕਿ 2651 ਜਿਹੜੀਆਂ ਨੇ ਉਹ ਡੈਥਸ ਹੋ ਚੁੱਕੀਆਂ ਨੇ ਇੰਡੀਆ ਦੇ ਵਿੱਚ। ਤੇ ਪੰਜਾਬ ਦਾ ਜੇਕਰ ਅਸੀਂ ਅੰਦਾਜ਼ਾ ਲਗਾਈਏ ਕਿ ਬਾਕੀ ਦੇ ਮੁਕਾਬਲੇ ਕਾਫੀ ਇਹਦੀ ਹਾਲਤ ਠੀਕ ਹੈ। 1932 ਜਿਹੜੇ ਨੇ ਇੱਥੇ ਪੇਸ਼ੈਂਟ ਨੇ, ਉਹਦੇ ਵਿੱਚੋਂ 305 ਜਿਹੜੇ ਨੇ ਠੀਕ ਹੋ ਚੁੱਕੇ ਨੇ ਤੇ 32 ਜਿਹੜੇ ਨੇ ਜਿਨ੍ਹਾਂ ਦੀ ਜਾਨ ਜਾ ਚੁੱਕੀ ਇਸ ਬਿਮਾਰੀ ਦੇ ਕਰਕੇ। ਸੋ ਆਪਾਂ ਦੇਖ ਸਕਦੇ ਹਾਂ ਕਿ 305 ਪੇਸ਼ੈਂਟ ਜਿਹੜੇ ਨੇ ਪੰਜਾਬ ਦੇ ਵਿੱਚ ਉਹ ਠੀਕ ਹੋਏ ਨੇ। ਸੋ ਇਹਨਾਂ ਦੇ ਵਿੱਚ ਜ਼ਿਆਦਾ ਜਿਹੜੀ ਗਿਣਤੀ ਹੈ ਉਹ ਉਹਨਾਂ ਪੇਸ਼ੈਂਟਸ ਦੀ ਜਿਹੜੇ ਸ਼੍ਰੀ ਹਜ਼ੂਰ ਸਾਹਿਬ ਤੋਂ ਆਏ, ਜਿਨ੍ਹਾਂ ਦੀਆਂ ਰਿਪੋਰਟਾਂ ਪਹਿਲਾਂ ਪੋਜ਼ਿਟਿਵ ਆਈਆਂ ਸਨ ਤੇ ਹੁਣ ਨੈਗੇਟਿਵ ਰਿਪੋਰਟਸ ਆਉਣ ਤੋਂ ਬਾਅਦ ਉਹਨਾਂ ਨੂੰ ਘਰੋ ਘਰੀ ਜੋ ਹੈ ਉਹ ਉਹਨਾਂ ਨੂੰ ਭੇਜ ਦਿੱਤਾ ਗਿਆ। ਸੋ ਉਸ ਦੇ ਬਾਰੇ ਹੀ ਅਸੀਂ ਇਹ ਸਾਰੀ ਅੱਜ ਗੱਲਬਾਤ ਜਿਹੜੀ ਹੈ ਉਹ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਇੱਕ ਜ਼ਰੂਰੀ ਮੈਂ ਸਮਝਦਾ ਐਡਵਾਈਜ਼ਰੀ ਜਿਹੜੀ ਜਾਰੀ ਕੀਤੀ ਹੈ ਪੰਜਾਬ ਗੌਰਮੈਂਟ ਵੱਲੋਂ, ਖਾਸ ਤੌਰ ਤੇ ਜਿਹੜੇ ਬਾਹਰੋਂ ਜਿਹੜੇ NRIs ਜਿਹੜੇ ਆ ਰਹੇ ਨੇ ਉਹਨਾਂ ਨੂੰ ਦੇ ਰੱਖ ਰਖਾਅ ਤੇ ਕੁਆਰੰਟਾਈਨ ਤੇ ਆਈਸੋਲੇਸ਼ਨ ਦੇ ਬਾਰੇ ਇੱਕ ਜ਼ਰੂਰੀ ਐਡਵਾਈਜ਼ਰੀ ਅੱਜ ਜਾਰੀ ਕੀਤੀ ਗਈ ਹੈ। ਮੈਂ ਸਮਝਦਾ ਕਿ ਇਹ ਆਪਾਂ ਅਖੀਰ ਦੇ ਵਿੱਚ ਜ਼ਰੂਰ ਸੁਣਦੇ ਚੱਲੀਏ। ਵਿਦੇਸ਼ ਤੋਂ ਵਾਪਸ ਆਏ ਵਿਅਕਤੀਆਂ ਦੇ ਕੁਆਰੰਟਾਈਨ ਸੰਬੰਧੀ ਐਡਵਾਈਜ਼ਰੀ ਇਸ ਪ੍ਰਕਾਰ ਜਾਰੀ ਕੀਤੀ ਗਈ ਹੈ। ਸਰਕਾਰ ਨੇ ਵਿਦੇਸ਼ ਤੋਂ ਵਾਪਸ ਆਏ ਵਿਅਕਤੀਆਂ ਨੂੰ ਪ੍ਰਾਈਵੇਟ ਕੁਆਰੰਟਾਈਨ ਸੰਸਥਾਵਾਂ ਵਿਖੇ ਕੁਆਰੰਟਾਈਨ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਬਿਨਾਂ ਕੋਵਿਡ ਲੱਛਣਾਂ ਵਾਲੇ ਜਾਂ ਲੱਛਣਾਂ ਵਾਲੇ ਜੋ ਵਾਪਸੀ ਤੇ ਅਸੰਕ੍ਰਮਿਤ ਪਾਏ ਗਏ ਸਨ, ਉਹਨਾਂ ਨੂੰ ਸਹਿਮਤੀ ਦੇ ਆਧਾਰ ਤੇ ਘਰਾਂ ਜਾਂ ਨਿੱਜੀ ਸੰਸਥਾ ਵਿਖੇ ਕੁਆਰੰਟਾਈਨ ਕੀਤਾ ਜਾਵੇਗਾ। ਜਿਨ੍ਹਾਂ ਵਿਅਕਤੀਆਂ ਕੋਲ ਘਰ ਵਿੱਚ ਕੁਆਰੰਟਾਈਨ ਲਈ ਯੋਗ ਥਾਂ ਨਹੀਂ ਹੈ, ਉਹ ਪ੍ਰਾਈਵੇਟ ਕੁਆਰੰਟਾਈਨ ਸਹੂਲਤ ਨੂੰ ਚੁਣ ਸਕਦੇ ਹਨ। ਪ੍ਰਾਈਵੇਟ ਕੁਆਰੰਟਾਈਨ ਸੰਸਥਾ ਜਿਵੇਂ ਕਿ ਹੌਸਟਲ, ਅਪਾਰਟਮੈਂਟਸ, ਹੋਟਲ ਆਦਿ ਨੂੰ ਜਾਂ ਤਾਂ ਆਈਸੋਲੇਸ਼ਨ ਸਹੂਲਤ ਲਈ ਜਾਂ ਵਿਸ਼ੇਸ਼ ਤੌਰ ਤੇ ਕੁਆਰੰਟਾਈਨ ਲਈ ਵਰਤਿਆ ਜਾ ਸਕਦਾ ਹੈ। ਦੋਵਾਂ ਨੂੰ ਇੱਕੋ ਥਾਂ ਤੇ ਇਕੱਠੇ ਨਹੀਂ ਬਣਾਇਆ ਜਾ ਸਕਦਾ। ਇਹ ਸੰਸਥਾਵਾਂ ਕਮਰਾ ਸਮੇਤ ਅਟੈਚਡ ਬਾਥਰੂਮ ਕਿਰਾਏ ਦੇ ਆਧਾਰ ਤੇ ਦੇਣਗੀਆਂ। ਇਹ ਕਿਰਾਇਆ ਇਹਨਾਂ ਸੰਸਥਾਵਾਂ ਅਤੇ ਸਰਕਾਰ ਵੱਲੋਂ ਆਪਸੀ ਸਹਿਮਤੀ ਦੇ ਆਧਾਰ ਤੇ ਤੈਅ ਕੀਤਾ ਜਾਵੇਗਾ। ਇਸ ਬਾਰੇ ਹਰ ਪੱਧਰ ਤੇ ਪ੍ਰਚਾਰ ਕੀਤਾ ਜਾਵੇਗਾ ਅਤੇ ਵਰਤੋਂ ਕਰਨ ਵਾਲੇ ਵਿਅਕਤੀ ਨੂੰ ਪਹਿਲਾਂ ਹੀ ਇਸ ਬਾਰੇ ਸਾਫ਼ ਤੌਰ ਤੇ ਦੱਸਿਆ ਜਾਵੇਗਾ। ਡਾਕਟਰ ਵੱਲੋਂ ਇਹਨਾਂ ਵਿਅਕਤੀਆਂ ਦੀ ਰੋਜ਼ਾਨਾ ਮੈਡੀਕਲ ਜਾਂਚ ਜਿਵੇਂ ਤਾਪਮਾਨ, ਨਬਜ਼, ਬਲੱਡ ਪ੍ਰੈਸ਼ਰ, ਸਾਹ ਲੈਣ ਦੀ ਸਥਿਤੀ ਆਦਿ ਚੈੱਕ ਕੀਤੀ ਜਾਵੇਗੀ ਅਤੇ ਇਸ ਸੰਬੰਧੀ ਰਿਕਾਰਡ ਰੱਖਿਆ ਜਾਵੇਗਾ। ਸੰਸਥਾ ਵੱਲੋਂ ICMR ਤੋਂ ਮਨਜ਼ੂਰਸ਼ੁਦਾ ਲੈਬੋਰੇਟਰੀ ਨਾਲ ਸੈਂਪਲ ਟੈਸਟ ਕਰਨ ਲਈ ਤਾਲਮੇਲ ਕੀਤਾ ਜਾਵੇਗਾ। ਕੁਆਰੰਟਾਈਨ ਕੀਤੇ ਗਏ ਵਿਅਕਤੀਆਂ ਨੂੰ ਕੋਈ ਵੀ ਬਾਹਰੀ ਵਿਅਕਤੀ ਮਿਲਣ ਨਹੀਂ ਆ ਸਕੇਗਾ, ਪਰ ਉਹ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਫੋਨ ਤੇ ਸੰਪਰਕ ਕਰ ਸਕਣਗੇ। ਕੁਆਰੰਟਾਈਨ ਸੰਸਥਾ ਵੱਲੋਂ ਵਾਈਫਾਈ ਇੰਟਰਨੈਟ ਸੁਵਿਧਾ ਉਪਲਬਧ ਕਰਵਾਈ ਜਾਵੇਗੀ ਅਤੇ ਹਰੇਕ ਕੁਆਰੰਟਾਈਨ ਵਿਅਕਤੀ ਦੇ ਮੋਬਾਈਲ ਤੇ ਕੋਵਾ ਐਪ ਡਾਊਨਲੋਡ ਕੀਤੀ ਜਾਵੇਗੀ, ਜੋ ਕਿ ਹਰ ਸਮੇਂ ਐਕਟੀਵੇਟਡ ਰਹੇਗੀ। ਸੰਸਥਾ ਦੀਆਂ ਸਾਂਝੀ ਥਾਵਾਂ ਜਿਵੇਂ ਦਫ਼ਤਰ, ਲਾਂਘਾ, ਪੌੜੀਆਂ, ਲੌਬੀ ਆਦਿ ਦੀ ਦਿਨ ਵਿੱਚ 2 ਵਾਰ ਸਵੇਰੇ ਅਤੇ ਸ਼ਾਮ ਕੀਟਨਾਸ਼ਕ ਨਾਲ ਸਫਾਈ ਕੀਤੀ ਜਾਵੇਗੀ। ਕੁਆਰੰਟਾਈਨ ਕੀਤੇ ਵਿਅਕਤੀ ਆਪਣਾ ਕੂੜਾ ਰੋਜ਼ਾਨਾ ਇੱਕ ਬੈਗ ਵਿੱਚ ਬੰਦ ਕਰਕੇ ਆਪਣੇ ਕਮਰੇ ਦੇ ਬਾਹਰ ਰੱਖਣਗੇ ਤਾਂ ਜੋ ਉੱਥੋਂ ਚੁੱਕਿਆ ਜਾ ਸਕੇ। ਸਾਫ਼ ਸਫਾਈ, ਕੱਪੜੇ ਧੋਣ ਅਤੇ ਕੂੜਾ ਚੁੱਕਣ ਵਾਲੇ ਕਰਮਚਾਰੀਆਂ ਦੇ ਡਿਸਪੋਜ਼ੇਬਲ ਦਸਤਾਨੇ ਅਤੇ ਗਾਊਨ ਪਾਏ ਹੋਣੇ ਚਾਹੀਦੇ ਹਨ। ਕਰਮਚਾਰੀ ਕਿਸੇ ਕੁਆਰੰਟਾਈਨ ਕੀਤੇ ਗਏ ਵਿਅਕਤੀ ਦੇ ਕਮਰੇ ਦੀ ਸਾਫ਼ ਸਫਾਈ ਕਰਨ ਉਪਰੰਤ ਅਗਲੇ ਕਮਰੇ ਦੀ ਸਾਫ਼ ਸਫਾਈ ਕਰਨ ਤੋਂ ਪਹਿਲਾਂ ਆਪਣੇ ਦਸਤਾਨੇ ਬਦਲਣਗੇ। ਕੁਆਰੰਟਾਈਨ ਕੀਤੇ ਵਿਅਕਤੀ ਦੁਆਰਾ ਖਾਲੀ ਕੀਤੇ ਗਏ ਕਮਰਿਆਂ ਵਿੱਚ ਘੱਟੋ ਘੱਟ 24 ਘੰਟੇ ਲਈ ਕੋਈ ਵੀ ਦਾਖਲ ਨਹੀਂ ਹੋਣਾ ਚਾਹੀਦਾ। ਇਸ ਤੋਂ ਬਾਅਦ ਇਸ ਨੂੰ ਕੀਟ ਰਹਿਤ ਕਰਨ ਉਪਰੰਤ ਹੀ ਇਸਤੇਮਾਲ ਕੀਤਾ ਜਾਣਾ ਹੈ।
ਸੰਸਥਾਵਾਂ ਵੱਲੋਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਸੰਸਥਾ ਦੇ ਅੰਦਰ ਹੀ ਤਾਜ਼ਾ ਬਣਿਆ ਹੋਇਆ ਖਾਣਾ ਉਪਲਬਧ ਕਰਵਾਇਆ ਜਾਵੇਗਾ। ਸੰਸਥਾ ਦੇ ਕਰਮਚਾਰੀਆਂ ਅਤੇ ਕੁਆਰੰਟਾਈਨ ਕੀਤੇ ਗਏ ਵਿਅਕਤੀਆਂ ਦੇ ਬਰਤਨ ਆਪਸ ਵਿੱਚ ਸਾਂਝੇ ਨਹੀਂ ਕੀਤੇ ਜਾਣੇ ਚਾਹੀਦੇ। ਕੱਚੇ ਫਲ ਅਤੇ ਸਬਜ਼ੀਆਂ ਨੂੰ ਖਾਣ ਤੋਂ ਪਹਿਲਾਂ ਗਰਮ ਪਾਣੀ ਨਾਲ ਧੋਇਆ ਜਾਣਾ ਚਾਹੀਦਾ ਹੈ। ਦੁੱਧ ਦੇ ਪੈਕੇਟ ਨੂੰ ਖੋਲ੍ਹਣ ਤੋਂ ਪਹਿਲਾਂ ਗਰਮ ਪਾਣੀ ਅਤੇ ਸਾਬਣ ਨਾਲ ਧੋਇਆ ਜਾਣਾ ਚਾਹੀਦਾ ਹੈ। ਕੁਆਰੰਟਾਈਨ ਕੀਤੇ ਗਏ ਵਿਅਕਤੀਆਂ ਨੂੰ ਆਖਰੀ ਐਕਸਪੋਜ਼ਰ ਦੀ ਮਿਤੀ ਤੋਂ 14 ਦਿਨ ਤੱਕ ਸੰਸਥਾ ਵਿੱਚ ਰਹਿਣਾ ਪਵੇਗਾ। ਸੋ ਬਿਲਕੁਲ ਇਹ ਕੁਝ ਜ਼ਰੂਰੀ ਹਦਾਇਤਾਂ ਸਨ ਜਿਸ ਦੇ ਵਿੱਚ ਕਿ ਜਿਹੜੇ ਬਾਹਰੋਂ ਵਿਦੇਸ਼ਾਂ ਤੋਂ ਆ ਰਹੇ ਨੇ ਯਾਤਰੀ ਜਿਹੜੇ NRIs ਆ ਰਹੇ ਨੇ ਸਪੈਸ਼ਲ ਫਲਾਈਟਸ ਦੇ ਰਾਹੀਂ, ਉਹਨਾਂ ਨੂੰ ਕੁਆਰੰਟਾਈਨ ਕੀਤਾ ਜਾਣਾ। ਸੋ ਉਸ ਦੇ ਸੰਬੰਧੀ ਹੋਟਲਾਂ ਦੇ ਨਾਲ ਜਾਂ ਹੋਰ ਸੰਸਥਾਵਾਂ ਦੇ ਨਾਲ ਜਿੱਥੇ ਸਾਰੇ ਪ੍ਰਬੰਧ ਕੀਤੇ ਜਾਣਗੇ ਉਹ ਪੇਡ ਹੋਣਗੇ। ਕੁਛ ਜਿਹੜੇ ਜਿਨ੍ਹਾਂ ਦੇ ਪੋਸੀਬਿਲਿਟੀਜ਼ ਹੈ ਘਰਾਂ ਦੇ ਵਿੱਚ ਕੁਆਰੰਟਾਈਨ ਦੀ, ਉਹਦੇ ਬਾਰੇ ਜਿਹੜਾ ਹੈ ਉਹ ਅਲੱਗ ਡਿਸੀਜ਼ਨ ਜਿਹੜਾ ਉਹ ਲਿਆ ਜਾਏਗਾ। ਸੋ ਇਸ ਢੰਗ ਦੇ ਨਾਲ ਪੰਜਾਬ ਦੇ ਵਿੱਚ ਜਿਹੜੇ ਮੌਜੂਦਾ ਹਾਲਾਤ ਨੇ ਉਹਨਾਂ ਬਾਰੇ ਜਿੱਥੇ ਆਪਾਂ ਜਾਣਕਾਰੀ ਸਾਂਝੀ ਕੀਤੀ, ਉੱਥੇ ਇਹ ਜਿਹੜੇ ਪੇਸ਼ੈਂਟ ਤੰਦਰੁਸਤ ਹੋ ਕੇ ਘਰਾਂ ਨੂੰ ਜਾ ਰਹੇ ਨੇ ਉਹਨਾਂ ਦੇ ਪਰਿਵਾਰਾਂ ਦੀ ਖੁਸ਼ੀ ਵੀ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਹੈ। ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।